ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਭੋ, ਬਿਖਮ ਨਦੀ ਜਾਏ ਤਰਣੀ। ਸ੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਪਰਮ ਸਤਿਕਾਰਯੋਗ ਤਖਤ ਚਵਰ ਛਤਰ ਦੇ ਮਾਲਕ, ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਧਰੋ। ਗੁਰ ਫਤਿਹ ਦੀ ਸਾਂਝ ਪਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ, ਸਾਧ ਰੂਪ ਆਪਣਾ ਤਨ ਧਾਰਿਆ। ਮਹਾਰਾਜ ਗੁਰਬਾਣੀ ਦੇ ਵਿੱਚ ਹੋਰ ਕਈ ਥਾਵਾਂ ਤੇ ਜ਼ਿਕਰ ਕਰਦੇ ਹਨ, ਜਨਮ ਮਰਨ ਦੋਹੂੰ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਹਰ ਜੀ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਪਰਮੇਸ਼ਰ ਵੱਲੋਂ ਸਮੇਂ ਸਮੇਂ ਦੇ ਉੱਤੇ ਭੁੱਲਿਆਂ ਭਟਕਿਆਂ ਜੀਵਾਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਆਪਣਾ ਰੂਪ ਸਾਧੂਆਂ ਦੇ ਰੂਪ ਵਿੱਚ ਪ੍ਰਗਟ ਕੀਤਾ ਜਾਂਦਾ ਹੈ। ਜੁਗ ਜੁਗ ਸਤਿਗੁਰ ਧਰੇ ਅਵਤਾਰੀ, ਜੁਗਾਂ ਜੁਗਾਂ ਦੇ ਵਿੱਚ ਪਰਮੇਸ਼ਰ ਨੇ ਆਪਣੇ ਰੂਪ ਪ੍ਰਗਟ ਕੀਤੇ ਹਨ। ਤੋ ਮਹਾਂਪੁਰਖਾਂ ਨੂੰ, ਸਾਧੂਆਂ ਨੂੰ, ਸੰਤਾਂ ਨੂੰ ਨਿਤ ਅਵਤਾਰ ਦਾ ਦਰਜਾ ਜਿਹੜਾ ਸ਼ਾਸਤਰਾਂ ਦੇ ਵਿੱਚ ਦਿੱਤਾ ਗਿਆ ਹੈ। ਗੁਰੂ ਨਾਨਕ ਘਰ ਦੇ ਵਰਸਾਏ ਹੋਏ ਅਨੇਕਾਂ ਜਪੀ ਤਪੀ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ, ਜਿਨ੍ਹਾਂ ਨੇ ਗੁਰ ਸ਼ਬਦ ਦੀ ਆਪ ਕਮਾਈ ਕੀਤੀ ਔਰ ਸੰਗਤਾਂ ਨੂੰ ਗੁਰ ਸ਼ਬਦ ਦੇ ਨਾਲ ਜੋੜਿਆ। ਯਥਾ ਗੁਰਬਾਣੀ ਦਾ ਫਰਮਾਨ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਪੂਰਨ ਸੰਤ, ਪੂਰਨ ਮਹਾਤਮਾ, ਸੋ ਸਾਧ ਸੰਗਤ ਜੀ ਗੁਰੂ ਨਾਨਕ ਘਰ ਦੇ ਵਰਸਾਏ ਹੋਏ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚੋਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਲੀ ਸੰਪਰਦਾ, ਨਿਰਮਲ ਭੇਖ ਹੋਤੀ ਮਰਦਾਨ ਸੰਪਰਦਾ, ਭਾਈ ਸਾਹਿਬ ਭਾਈ ਦਇਆ ਸਿੰਘ ਸਾਹਿਬ ਜੀ, ਪੰਜ ਪਿਆਰਿਆਂ ਦੇ ਮੁਖੀ ਜਥੇਦਾਰ ਸਾਹਿਬਾਨ, ਉਹਨਾਂ ਤੋਂ ਇਹ ਜੋ ਸੰਪਰਦਾ ਆਰੰਭ ਹੁੰਦੀ ਹੈ, ਇਸ ਦੇ ਵਿੱਚ ਇੱਕ ਤੋਂ ਇੱਕ ਚੜ੍ਹੰਦੀਆਂ, ਚੜ੍ਹਦੀ ਕਲਾ ਵਾਲੇ, ਪੂਰਨ ਕਮਾਈਆਂ ਵਾਲੇ, ਭੁੱਲਿਆਂ ਭਟਕਿਆਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਨ ਵਾਲੇ ਮਹਾਂਪੁਰਖ, ਕਹਿਣੀ ਅਤੇ ਕਰਨੀ ਦੇ ਪੂਰੇ ਸੂਰੇ ਮਹਾਂਪੁਰਖ, ਅਨੇਕਾਂ ਹੀ ਮਹਾਤਮਾ ਹੋਏ ਹਨ, ਜਿਨ੍ਹਾਂ ਦੇ ਵਿੱਚੋਂ ਪਰਮ ਸਤਿਕਾਰਯੋਗ ਸੰਤ ਜੀ ਮਹਾਰਾਜ
ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਖ, ਜਿਨ੍ਹਾਂ ਦੇ ਜੀਵਨ ਦੀ ਵਿਚਾਰ ਆਪਾਂ ਅੱਜ ਤੋਂ ਸ਼ੁਰੂ ਕਰ ਰਹੇ ਹਾਂ। ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਤਾਂ ਕਿ ਮਹਾਰਾਜ ਜੀਆਂ ਦੇ ਪਿਆਰਿਆਂ ਦੀ ਜੋ ਮਹਿਮਾ ਹੈ ਆਪਾਂ ਕਰ ਸਕੀਏ, ਸੁਣ ਸਕੀਏ। ਮਹਾਂਪੁਰਸ਼ਾਂ ਦੀ ਵਡਿਆਈ, ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚੋਂ ਕੁਛ ਲਾਹਾ ਪ੍ਰਾਪਤ ਕਰ ਸਕੀਏ, ਸਾਡਾ ਵੀ ਭਲਾ ਹੋ ਸਕੇ। ਸੰਤ ਜੀ ਮਹਾਰਾਜ ਦੇ ਜੀਵਨ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸ੍ਰੀ ਮੂਲ ਮੰਤਰ ਸਾਹਿਬ ਜੀ ਦਾ ਜਾਪ ਆਪਾਂ ਸਾਰੇ ਬੜੇ ਪਿਆਰ ਦੇ ਨਾਲ ਰਲ ਕੇ ਕਰੀਏ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਜੋ ਜਨਮ ਨਗਰ ਹੈ ਪਟਿਆਲਾ ਰਿਆਸਤ ਦੇ ਵਿੱਚ ਆਲੋਵਾਲ ਨਾਮ ਦਾ ਪਿੰਡ ਹੈ। ਆਲੋਵਾਲ ਨਗਰ ਮਹਾਰਾਜ ਜੀਆਂ ਦੇ ਪਿਤਾ ਦਾ ਨਾਮ ਸਰਦਾਰ ਸਾਹਿਬ ਸਰਦਾਰ ਰਾਮ ਸਿੰਘ ਜੀ ਨੰਬਰਦਾਰ, ਮਾਤਾ ਜੀ ਧੰਨ ਮਾਤਾ ਰਤਨ ਕੌਰ ਜੀ। ਮਹਾਂਪੁਰਸ਼ਾਂ ਦੇ ਪਰਿਵਾਰ ਦਾ ਜੋ ਪਿਛੋਕੜ ਹੈ, ਬਹੁਤ ਵੱਡੇ ਸੂਰਮੇ ਹੋਏ ਹਨ ਮਹਾਰਾਜ ਜੀਆਂ ਦੀ ਕੁਲ ਦੇ ਵਿੱਚ, ਜਿਨ੍ਹਾਂ ਦਾ ਨਾਮ ਸੀ ਜਗਦੇਵ ਪੰਵਾਰ। ਜਗਦੇਵ ਪੰਵਾਰ ਬਹੁਤ ਵੱਡੇ ਸੂਰਮੇ, ਬਹੁਤ ਵੱਡੇ ਦਾਨੀ ਔਰ ਬਹੁਤ ਕਮਾਈ ਦੇ ਮਾਲਕ ਹੋਏ ਹਨ। ਥੋੜਾ ਜਿਹਾ ਇੱਥੇ ਉਹਨਾਂ ਦੇ ਜੀਵਨ ਦੀ ਬਹੁਤ ਇੱਕ ਵਿਲੱਖਣ ਘਟਨਾ ਜਿਹੜੀ ਹੋਈ ਸੀ, ਉਸ ਘਟਨਾ ਦੇ ਬਾਰੇ ਸੰਗਤਾਂ ਨੂੰ ਜਾਣਕਾਰੀ ਦੇਣੀ ਦਾਸ ਬੜੀ ਜ਼ਰੂਰੀ ਸਮਝਦਾ ਹੈ। ਮਾਰਫਤ ਦੀ ਅਵਸਥਾ ਦੇ ਵਿੱਚ ਵਿਚਰਨ ਵਾਲੀ ਇੱਕ ਨੱਚਣ ਗਾਉਣ ਵਾਲੀ ਨਾਚੀ ਸ਼ਾਹੀ ਦਰਬਾਰ ਦੇ ਵਿੱਚ ਨਾਚ ਕਰ ਰਹੀ ਹੈ। ਤੋ ਮਾਰਫਤ ਦੀ ਮੰਜ਼ਲ ਦੇ ਜਿਹੜੇ ਰਾਹੀ ਸਨ, ਬੜੇ ਬੜੇ ਫਕੀਰ ਵੀ ਸਾਧ ਸੰਗਤ ਐਸੇ ਗੀਤ ਸੁਣਿਆ ਕਰਦੇ ਸਨ ਜਿਨ੍ਹਾਂ ਨੂੰ ਸੁਣਨ ਕਰਕੇ ਪਰਮੇਸ਼ਰ ਦੇ ਘਰ ਦਾ ਜੋ ਪਿਆਰ ਹੈ ਉਹ ਪੈਦਾ ਹੋ ਸਕੇ। ਤੋ ਰਾਜਾ ਜੈ ਸਿੰਘ ਪਾਇਲ ਦਾ ਰਾਜਾ ਸੀ, ਉਸ ਦੇ ਦਰਬਾਰ ਦੇ ਵਿੱਚ ਨਾਚ ਹੋ ਰਿਹਾ ਹੈ। ਉਸ ਦਰਬਾਰ ਦੇ ਵਿੱਚ ਜਗਦੇਵ ਪੰਵਾਰ ਨਾਮ ਦਾ ਜੋ ਮਹਾਬਲੀ ਯੋਧਾ ਹੈ, ਉਹ ਵੀ ਉਸ ਦਰਬਾਰ ਦੇ ਵਿੱਚ ਬੈਠਾ ਹੈ। ਜਿਸ ਵੇਲੇ ਇਹ ਨੱਚਣ ਵਾਲੀ ਨਾਚੀ ਨੱਚ ਰਹੀ ਹੈ, ਪਰ ਜਦੋਂ ਮਹਾਰਾਜ ਜਗਦੇਵ ਦੇ ਪਾਸ ਦੀ ਲੰਘਣ ਲੱਗਦੀ ਹੈ ਤੇ ਨੀਵੀਂ ਪਾ ਲੈਂਦੀ ਹੈ ਤੇ ਝੁੰਡ ਕੱਢ ਲੈਂਦੀ ਹੈ। ਬਾਕੀ ਸਾਰਿਆਂ ਦੇ ਅੱਗੇ ਦੀ ਵੈਸੇ ਨੱਚ ਰਹੀ ਹੈ ਤਾਂ ਰਾਜਾ ਜੋ ਹੈ ਉਸ ਨੂੰ ਇਹ ਗੱਲ ਚੰਗੀ ਨਾ ਲੱਗੀ। ਉਸ ਨੂੰ ਆਪਣਾ ਬਹੁਤ ਘਟਾ ਮਹਿਸੂਸ ਹੋਇਆ ਵੀ ਇਹ ਉਸ ਦੇ ਅੱਗੇ ਜਾ ਕੇ ਧੌਣ ਝੁਕਾ ਲੈਂਦੀ ਹੈ ਤੇ ਬਾਕੀ ਕਿਸੇ ਅੱਗੇ ਧੌਣ ਨਹੀਂ ਝੁਕਾਉਂਦੀ। ਪੁੱਛ ਲਿਆ ਰਾਜਾ ਜੈ ਸਿੰਘ ਪਿੰਗਲ
ਪੈਲ ਰਾਜਧਾਨੀ ਸੀ, ਜਿਸ ਦੀ ਪਹਿਲਾ ਨਾਮ ਪੈਂਗਲਗੜ੍ਹ ਸੀ, ਫਿਰ ਪੈਲਗੜ੍ਹ ਪੈ ਗਿਆ ਤੇ ਸਮੇਂ ਅਨੁਸਾਰ ਹੁਣ ਉਹਨੂੰ ਪਾਇਲ ਆਖਿਆ ਜਾਂਦਾ ਹੈ। ਤਾਂ ਉਸ ਨੂੰ ਪੁੱਛਿਆ ਕਿ ਜਦੋਂ ਤੂੰ ਇਸ ਪਾਸੇ ਜਾਂਦੀ ਹੈ ਤਾਂ ਤੇਰਾ ਸਿਰ ਵੀ ਝੁਕ ਜਾਂਦਾ ਹੈ ਅਤੇ ਤੂੰ ਨੀਵੀਂ ਪਾ ਕੇ ਝੁੰਡ ਕੱਢ ਲੈਂਦੀ ਹੈ, ਤਾਂ ਇਸ ਦਾ ਕਾਰਨ ਕੀ ਹੈ? ਤਾਂ ਉਸਨੇ ਕਿਹਾ, ਜੀ ਇਸ ਪਾਸੇ ਇੱਕ ਪੂਰਨ ਯੋਧਾ ਮਹਾਦਾਨੀ ਮਰਦ ਬੈਠਾ ਹੈ, ਜਿਸ ਦੇ ਅੱਗੇ ਮੈਨੂੰ ਝੁੰਡ ਕੱਢਣਾ ਲਾਜ਼ਮੀ ਹੈ। ਬੇਸ਼ੱਕ ਰਾਜਾ ਜੈ ਸਿੰਘ ਵੀ ਜਗਦੇਵ ਜੀ ਦੀ ਬਹਾਦਰੀ ਤੋਂ ਜਾਣੂ ਸੀ, ਉਸ ਦਾ ਭੈ ਅਤੇ ਪੂਰਨ ਸਿੱਕਾ ਮੰਨਦਾ ਸੀ, ਪਰ ਫਿਰ ਵੀ ਆਪਣੇ ਰਾਜ ਦਰਬਾਰ ਵਿੱਚ ਵਜ਼ੀਰਾਂ ਤੇ ਅਹਿਲਕਾਰਾਂ ਦੇ ਸਾਹਮਣੇ ਆਪਣੀ ਤੋਹੀਨ ਸਮਝ ਕੇ ਇਸ ਬੇਇੱਜ਼ਤੀ ਨੂੰ ਨਾ ਬਰਦਾਸ਼ਤ ਕਰਦਾ ਹੋਇਆ ਕਹਿਣ ਲੱਗਾ ਬਈ ਉਹ ਇਕੱਲਾ ਮਰਦ ਹੈ, ਉਹ ਇਕੱਲਾ ਮਹਾਦਾਨੀ ਹੈ, ਪੂਰਨ ਯੋਧਾ ਹੈ। ਇਹ ਬਾਕੀ ਸਾਰੇ ਜੋ ਬੈਠੇ ਹਨ ਮੇਰੇ ਸਮੇਤ, ਇਹ ਕੌਣ ਹਨ? ਰਾਜ ਦਰਬਾਰੀਆਂ ਨੇ ਵੀ ਹਾਂ ਵਿੱਚ ਹਾਂ ਮਿਲਾਈ। ਰਾਜੇ ਦੇ ਮੂੰਹੋਂ ਇਹ ਅਚਾਨਕ ਨਿਕਲੇ ਹੋਏ ਬਚਨ ਨਾਚੀ ਨੇ ਸੁਣੇ। ਉਹ ਕਹਿੰਦੀ, ਮਹਾਰਾਜ ਮੇਰਾ ਇਹ ਮਤਲਬ ਨਹੀਂ, ਮੇਰਾ ਅਰਜ਼ ਕਰਨ ਦਾ ਭਾਵ ਸਿਰਫ ਇਹੋ ਹੈ ਕਿ ਪ੍ਰਮਾਤਮਾ ਨੇ ਕਿਸੇ ਕਿਸੇ ਨੂੰ ਪ੍ਰਸੰਨ ਹੋ ਕੇ ਖਾਸ ਗੁਣ ਅਤੇ ਖੂਬੀਆਂ ਬਖਸ਼ੀਆਂ ਹੁੰਦੀਆਂ ਹਨ, ਹਰੇਕ ਨੂੰ ਨਹੀਂ। ਉਸ ਦੇ ਪਾਸ ਬਹੁਤ ਖੂਬੀਆਂ ਹਨ, ਚੰਗੇ ਗੁਣਾਂ ਦਾ ਮਾਲਕ ਹੈ, ਮਹਾਦਾਨੀ ਹੈ, ਪਰਉਪਕਾਰੀ ਹੈ, ਸੂਰਮਾ ਹੈ ਤੇ ਸਖੀ ਹੈ। ਭਾਵੇਂ ਰਾਜਾ ਜੈ ਸਿੰਘ ਗੱਲ ਤਾਂ ਸਮਝਦਾ ਸੀ, ਪਰ ਫਿਰ ਵੀ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਹੋਇਆ ਕੜਕ ਕੇ ਬੋਲਿਆ ਵੀ ਸਾਡੇ ਨਾਲੋਂ ਵੱਡਾ ਵੀ ਇਹ ਦਾਨੀ ਹੈ। ਤਾਂ ਉਹ ਕਹਿਣ ਲੱਗੀ ਕਿ ਤੁਸੀਂ ਉਸ ਦੇ ਸਾਹਮਣੇ ਕੁਝ ਵੀ ਨਹੀਂ। ਰਾਜਾ ਕਹਿੰਦਾ, ਠੀਕ ਹੈ, ਇਸ ਦੀ ਬਹਾਦਰੀ ਕਾਬਲੇ ਤਾਰੀਫ ਹੈ, ਇੱਥੇ ਸਖਾਵਤ ਦਾ ਤਵੱਲਕ ਹੈ, ਤੂੰ ਕਹਿੰਦੀ ਹੈ ਵੱਡਾ ਦਾਨੀ ਹੈ। ਤਾਂ ਇਹਦੇ ਬਾਬਤ ਕਹਿੰਦਾ, ਮੈਂ ਕਹਿੰਦਾ ਹਾਂ ਜੋ ਤੈਨੂੰ ਉਸ ਦੇ ਪਾਸੋਂ ਦਾਨ ਮਿਲੇ, ਮੈਂ ਉਸ ਤੋਂ 100 ਗੁਣਾ ਜ਼ਿਆਦਾ ਤੈਨੂੰ ਦਾਨ ਦੇ ਸਕਦਾ। ਨਾਚੀ ਨੇ ਮੁਸਕਰਾ ਕੇ ਕਿਹਾ, ਕਹਿੰਦੀ ਨਹੀਂ, 100 ਗੁਣਾ ਦੀ ਤਾਂ ਗੱਲ ਛੱਡੋ ਰਾਜਾ ਜੀ, ਜੇਕਰ ਤੁਸੀਂ ਮੈਨੂੰ ਉਤਨਾ ਹੀ ਦਾਨ ਦੇ ਦੇਵੋ ਜਿਤਨਾ ਮੈਨੂੰ ਜਗਦੇਵ ਜੀ ਦੇ ਸਕਦੇ ਹਨ, ਤਾਂ ਫਿਰ ਵੀ ਮੇਰੀਆਂ ਨਜ਼ਰਾਂ ਵਿੱਚ ਤੁਹਾਡੀ ਸ਼ਖਸੀਅਤ ਜੋ ਹੈ 10 ਗੁਣਾ ਉੱਚੀ ਤੇ ਵੱਧ ਜਾਵੇਗੀ। ਰਾਜਾ ਕਹਿੰਦਾ, ਮੈਨੂੰ ਮਨਜ਼ੂਰ ਹੈ। ਨਾਚੀ ਤੇ ਰਾਜੇ ਦੀਆਂ ਗੱਲਾਂ ਸੁਣ ਕੇ ਮਹਾਰਾਜ ਜਗਦੇਵ ਦੀਆਂ ਅੱਖਾਂ ਦੇ ਵਿੱਚ ਖੂਨ ਉਤਰ ਆਇਆ ਔਰ ਉਹਨਾਂ ਆਪਣੇ ਮਨ ਵਿੱਚ ਆਖਿਆ ਵੀ ਇਹ ਰਾਜਾ ਕਿਤਨਾ ਅਹਿਸਾਨ ਫਰਾਮੋਸ਼ ਅਕਿਰਤ ਘਣ ਹੈ। ਮੈਂ ਆਪਣੀ ਜਾਨ ਦੀ ਬਾਜੀ ਲਾ ਕੇ ਕਿੰਨੀ ਵਾਰ ਇਸ ਦੇ ਪ੍ਰਾਣ ਬਚਾਏ ਹਨ, ਪਰ ਇਹ ਹੋਛੀਆਂ ਗੱਲਾਂ ਤੇ ਉਤਰ ਪਿਆ। ਜਦੋਂ ਉਸ ਨਾਚੀ ਨੇ ਜਗਦੇਵ ਪਵਾਰ ਦੇ ਸਾਹਮਣੇ ਆ ਕੇ ਹੱਥ ਅੱਡੇ ਤੇ ਬੇਪਰਵਾਹੀ ਨਾਲ ਦਾਨ ਮੰਗਿਆ, ਤਾਂ ਮਹਾਰਾਜ ਜਗਦੇਵ ਜੀ ਪੁੱਛਦੇ, ਦੱਸ ਤੂੰ ਕੀ ਚਾਹੁੰਦੀ ਹੈ? ਤਾਂ ਉਸ ਨੱਚਣ ਵਾਲੀ ਨੇ ਕਿਹਾ, ਜੋ ਤੁਹਾਨੂੰ ਸਭ ਤੋਂ ਪਿਆਰੀ ਚੀਜ਼ ਹੈ ਉਹ ਮੈਨੂੰ ਦਾਨ ਦੇ ਦੇਵੋ। ਤਾਂ ਮਹਾਰਾਜ ਜਗਦੇਵ ਜੀ ਕਹਿਣ ਲੱਗੇ ਕਿ ਸੂਰਮੇ ਦਾ ਜੋ ਦਾਈਆ ਹੁੰਦਾ ਹੈ ਉਹ ਸਿਰ ਤੱਕ ਹੁੰਦਾ ਹੈ, ਇਸ ਕਰਕੇ ਮੈਂ ਆਪਣਾ ਸਿਰ ਹੀ ਤੈਨੂੰ ਭੇਟਾ ਕਰਦਾ ਹਾਂ। ਭਰੇ ਦਰਬਾਰ ਦੇ ਵਿੱਚ ਆਪਣੀ ਤਲਵਾਰ ਮਿਆਨ ਵਿੱਚੋਂ ਕੱਢੀ ਤੇ ਆਪਣੇ ਸੀਸ ਤੇ ਵਾਰ ਕਰਕੇ ਆਪਣਾ ਸਿਰ ਕੱਟ ਕੇ ਆਪਣੇ ਹੱਥਾਂ ਵਿੱਚ ਫੜ ਕੇ ਉਸ ਨਾਚੀ ਦੇ ਅੱਗੇ ਪੇਸ਼ ਕਰ ਦਿੱਤਾ। ਇਹ ਕੌਤਕ ਦੇਖ ਕੇ ਦਰਬਾਰ ਵਿੱਚ ਸਨਾਟਾ ਛਾ ਗਿਆ। ਵੇਖਣ ਵਾਲੇ ਭੈ ਭੀਤ ਹੋ ਕੇ ਦੌੜਨ ਲੱਗੇ, ਕੰਬਣ ਲੱਗੇ। ਨਾਚੀ ਨੇ ਜਿੱਤ ਦੀ ਖੁਸ਼ੀ ਦੇ ਵਿੱਚ ਉੱਚੀ ਧੁਨ ਦੇ ਨਾਲ ਜੈ 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 ਜੈਕਾਰ ਉਚਾਰਨਾ ਕੀਤਾ।
ਕੱਟੇ ਹੋਏ ਸਿਰ ਨੂੰ ਰਾਜੇ ਦੇ ਸਾਹਮਣੇ ਪੇਸ਼ ਕਰਕੇ ਕਹਿਣ ਲੱਗੀ, ਕਹਿੰਦੀ ਰਾਜਾ ਜੀ ਇਸ ਤੋਂ 100 ਗੁਣਾ ਦੀ ਤਾਂ ਗੱਲ ਛੱਡੋ, ਇਹਦੇ ਬਰਾਬਰ ਦਾ ਹੀ ਦਾਨ ਦੇ ਕੇ ਦੱਸੋ। ਹੁਣ ਰਾਜਾ ਜੈ ਸਿੰਘ ਉਹਦੇ ਚਿਹਰੇ ਦਾ ਰੰਗ ਉੱਡ ਗਿਆ, ਸ਼ਰਮਿੰਦਗੀ ਤੇ ਭੈ ਦੇ ਨਾਲ ਆਪਣਾ ਮੂੰਹ ਛੁਪਾ ਲਿਆ। ਹੋਰ ਵੀ ਕਿਸੇ ਦਰਬਾਰੀ ਨੇ ਅੱਖ ਉੱਚੀ ਨਾ ਚੱਕੀ, ਗਰਦਨ ਨੀਵੀਂ ਕਰਕੇ ਕੰਬਦੇ ਹਿਰਦੇ ਦੇ ਨਾਲ, ਕੰਬਦੇ ਬੋਲਾਂ ਨਾਲ ਰਾਜਾ ਬੋਲਿਆ, ਹੇ ਨਿਰਤਕਾਰੀ ਕਰਨ ਵਾਲੀ ਦੇਵੀ, ਮੈਂ ਤੈਨੂੰ ਸਿਰ ਝੁਕਾਉਂਦਾ ਹਾਂ, ਮੈਂ ਬੜਾ ਸ਼ਰਮਿੰਦਾ ਹਾਂ, ਮੇਰੇ ਵਿੱਚ ਇਹੋ ਜਿਹਾ ਦਾਨ ਦੇਣ ਦੀ ਸੱਚਮੁੱਚ ਹਿੰਮਤ ਨਹੀਂ ਹੈ, ਇਹ ਇਹਨਾਂ ਦੇ ਹਿੱਸੇ ਹੀ ਗੱਲ ਆਈ ਹੈ। ਮੈਂ ਇਸ ਨੂੰ ਵੀ ਨਮਸਕਾਰ ਕਰਦਾ ਹਾਂ, ਮੈਨੂੰ ਮਾਫ ਕਰ ਦੇ, ਮੇਰੀ ਭੁੱਲ ਹੈ। ਉਹ ਨੱਚਣ ਵਾਲੀ ਇਸਤਰੀ ਫਤਿਹ ਦੇ ਅੰਦਾਜ਼ ਦੇ ਵਿੱਚ ਉਸ ਕੱਟੇ ਹੋਏ ਸਿਰ ਨੂੰ ਹੱਥ ਵਿੱਚ ਫੜ ਕੇ ਧੜ ਦੇ ਕੋਲ ਪਹੁੰਚੀ ਅਤੇ ਸਿਰ ਨੂੰ ਧੜ ਦੇ ਨਾਲ ਮਿਲਾ ਕੇ ਪਰਮਾਤਮਾ ਅੱਗੇ ਪ੍ਰਾਰਥਨਾ ਕਰਨ ਲੱਗੀ, ਹੇ ਸਰਵ ਸ਼ਕਤੀਮਾਨ ਈਸ਼ਵਰ, ਇਸ ਬਹਾਦਰ ਦਾ ਸੀਸ ਦੁਬਾਰਾ ਉਸੇ ਤਰ੍ਹਾਂ ਧੜ ਨਾਲ ਲੱਗ ਜਾਵੇ। ਉਸ ਨਾਚੀ ਦੇ ਮੂੰਹੋਂ ਅਜੇ ਇਹ ਸ਼ਬਦ ਨਿਕਲੇ ਹੀ ਸਨ ਕਿ ਉਸੇ ਸਮੇਂ ਧੜ ਕੰਬਿਆ ਅਤੇ ਆਪਣੇ ਸਿਰ ਤੋਂ ਕਈ ਕਦਮ ਪਿੱਛੇ ਹਟ ਗਿਆ ਤੇ ਕੱਟਿਆ ਹੋਇਆ ਸਿਰ ਹੱਸ ਕੇ ਬੋਲਿਆ, ਦੇਵੀ, ਬਹਾਦਰ ਸੂਰਮੇ ਦਾਨ ਦੇ ਕੇ ਕਦੇ ਵਾਪਸ ਨਹੀਂ ਲਿਆ ਕਰਦੇ। ਉਸ ਸਮੇਂ ਨਾਚੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਫਿਰ ਉਸਨੇ ਆਪਣੇ ਕੀਤੇ ਹੋਏ ਸਾਰੇ ਸ਼ੁਭ ਕਰਮਾਂ ਦੇ ਫਲ ਦਾ ਸੰਕਲਪ ਕਰਕੇ ਸਤ ਚਿਤ ਆਨੰਦ ਰੂਪ ਪਰਮੇਸ਼ਰ ਅੱਗੇ ਬੇਨਤੀ ਕੀਤੀ, ਹੇ ਸਰਬ ਸ਼ਕਤੀਆਂ ਵਾਲੇ ਸਮਰੱਥ ਪ੍ਰਭੂ, ਇਸ ਬਹਾਦਰ ਦੇ ਧੜ ਵਿੱਚੋਂ ਨਵਾਂ ਸਿਰ ਨਿਕਲ ਆਵੇ। ਜਦੋਂ ਉਸਨੇ ਪੂਰੀ ਇਕਾਗਰਤਾ ਦੇ ਨਾਲ ਆਪਣੇ ਭਗਵਾਨ ਅੱਗੇ ਬੇਨਤੀ ਕੀਤੀ ਤਾਂ ਭਗਤ ਵਸ਼ਲ ਬਿਰਧ ਦੀ ਲਾਜ ਪਾਲਣ ਵਾਲੇ ਪ੍ਰਮਾਤਮਾ ਨੇ ਕਿਰਪਾ ਕੀਤੀ। ਉਸੇ ਸਮੇਂ ਜਗਦੇਵ ਕੁਮਾਰ ਦੇ ਧੜ ਵਿੱਚੋਂ ਨਵਾਂ ਸਿਰ ਨਿਕਲ ਆਇਆ, ਪਰ ਬਾਬੇ ਫਰੀਦ ਦੀ ਅੱਖ ਵਾਂਗੂ ਪਹਿਲਾਂ ਨਾਲੋਂ ਕੁਝ ਛੋਟਾ ਅਤੇ ਗਰਦਨ ਦੇ ਉਦਾਲੇ ਜਿਵੇਂ ਕੱਟਿਆ ਹੋਇਆ ਸਿਰ ਸੀ, ਉਹਦਾ ਚੱਕਰ ਗੋਲ ਨਿਸ਼ਾਨ ਉਹ ਰਹਿ ਗਿਆ। ਉਹ ਰਾਮ ਰਾਮ ਕਰਦਾ ਉੱਠ ਬੈਠਾ। ਸਾਰੇ ਰਾਜ ਦਰਬਾਰੀ ਬੜੇ ਹੈਰਾਨ ਤੇ ਪਰੇਸ਼ਾਨ ਹੋਏ। ਰਾਜਾ ਜੈ ਸਿੰਘ ਦੌੜ ਕੇ ਮਹਾਰਾਜ ਜਗਦੇਵ ਦੇ ਚਰਨੀ ਜਾ ਪਿਆ, ਹੱਥ ਜੋੜ ਕੇ ਭੁੱਲ ਦੀ ਮਾਫੀ ਕਰਵਾਈ। ਸਾਰੇ ਦੇਸ਼ ਵਿੱਚ ਮਹਾਰਾਜ ਜਗਦੇਵ ਦਾ ਜਸ ਅਤੇ ਜੈ ਜੈਕਾਰ ਹੋਈ। ਇਹੋ ਜਿਹੇ ਸੂਰਮੇ ਦਾਨੀ ਤੇ ਭਗਤ ਪੈਦਾ ਕਰਨ ਵਾਲੀ ਮਾਤਾ ਨੂੰ ਵੀ ਧੰਨ ਆਖਿਆ ਗਿਆ। ਦੱਸਿਆ ਜਾਂਦਾ ਹੈ ਕਿ ਜੋ ਲੋਕ ਮਹਾਰਾਜ ਜਗਦੇਵ ਦੇ ਖਾਨਦਾਨ ਵਿੱਚੋਂ ਮਹਾਦਾਨੀ ਪੂਰਨ ਯੋਧੇ ਸਤਿਪੁਰਸ਼ ਹੋਏ, ਉਸੇ ਸਮਾਨ ਸ਼ਕਤੀਸ਼ਾਲੀ ਸਨ। ਉਹਨਾਂ ਦੀ ਅੱਜ ਤੱਕ ਗਰਦਨ ਛੋਟੀ ਅਤੇ ਗਰਦਨ ਦੇ ਇਰਦ ਗਿਰਦ ਗੋਲ ਨਿਸ਼ਾਨ ਰਹਿੰਦਾ ਸੀ, ਜੋ ਕਿ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਗਲੇ ਦੇ ਦੁਆਲੇ ਇਰਦ ਗਿਰਦ ਇਹ ਨਿਸ਼ਾਨ ਪ੍ਰਤੱਖ ਦੇਖਣ ਨੂੰ ਮਿਲਦਾ ਸੀ। ਸੋ ਮਹਾਰਾਜ ਉਸੇ ਖਾਨਦਾਨ ਦੇ ਚਮਕਦੇ ਸਿਤਾਰੇ ਸਨ। ਸੋ ਮਹਾਰਾਜ ਜੀਆਂ ਦਾ ਜਨਮ ਨਗਰ ਆਲੋਵਾਲ ਪਟਿਆਲੇ ਦੀ ਰਿਆਸਤ ਦੇ ਵਿੱਚ, ਤੇ ਮਹਾਰਾਜ ਜੀਆਂ ਦੇ ਪਿਤਾ ਸਤਿਕਾਰਯੋਗ ਬਾਬਾ ਰਾਮ ਸਿੰਘ ਜੀ ਨੰਬਰਦਾਰ ਔਰ ਸਤਿਕਾਰਯੋਗ ਮਾਤਾ ਰਤਨ ਕੌਰ ਜੀ, ਤਿਨਾਂ ਦੇ ਗ੍ਰਹਿ ਵਿਖੇ 5 ਅਗਸਤ 1905 ਈਸਵੀ ਮੁਤਾਬਕ 21 ਸਾਵਣ ਤੇ 1962 ਬਿਕਰਮੀ ਦਿਨ ਸ਼ੁੱਕਰਵਾਰ ਸਾਵਣ ਸੁਦੀ ਚੌਥ ਦਾ ਭਾਗਾਂ ਭਰਿਆ ਅੰਮ੍ਰਿਤ ਵੇਲਾ ਹੋਇਆ, ਜਿਸ ਸਮੇਂ ਗਰੀਬਾਂ ਦੀ ਪੂੰਜੀ, ਲੋੜਵੰਦ ਆਰਥੀਆਂ ਦਾ ਦਾਤਾ, ਯਤੀਮਾਂ ਦਾ ਮਾਲਕ,
ਨਿਰਧਨਾਂ ਦਾ ਧਨ, ਢਹਿੰਦਿਆਂ ਦਾ ਬੰਨਾ, ਡੁੱਲਦਿਆਂ ਦੀ ਧੀਰਜ, ਰੋਂਦਿਆਂ ਦਾ ਹਾਸਾ, ਸਾਧੂਆਂ ਦਾ ਸਰਤਾਜ, ਭਗਤਾਂ ਦਾ ਭਗਵਾਨ, ਜਗਿਆਸੂ ਜਨਾਂ ਦਾ ਰੱਖਿਅਕ, ਸਾਰੇ ਜੀਵਾਂ ਦੇ ਮਿਸ਼ਰਤ ਪੁੰਨਾਂ ਦਾ ਫਲ ਇੱਕ ਬਾਲਕ ਰੂਪ ਦੇ ਵਿੱਚ ਸੰਸਾਰ ਤੇ ਪ੍ਰਗਟ ਹੋਇਆ, ਜਿਸ ਦੇ ਸੁੰਦਰ ਚਿਹਰੇ ਉਦਾਲੇ ਬਹੁਤ ਨਿਰਮਲ ਅਤੇ ਸੀਤਲਤਾ ਪ੍ਰਦਾਨ ਕਰਨ ਵਾਲਾ ਪ੍ਰਕਾਸ਼ ਫੈਲਿਆ ਹੋਇਆ ਸੀ। ਜਨਮ ਸਮੇਂ ਜੋ ਪ੍ਰਕਾਸ਼ ਹੋਇਆ, ਉਸ ਪ੍ਰਕਾਸ਼ ਨੇ ਦੀਵੇ ਦੀ ਲੋ ਵੀ ਮੱਧਮ ਪਾ ਦਿੱਤੀ। ਮਾਤਾ ਜੀ ਦੀ ਸੇਵਾ ਵਾਸਤੇ ਆਈਆਂ ਹੋਈਆਂ ਪ੍ਰਤਾਪ ਕੌਰ ਤੇ ਗੋਮਾ ਦੋਵੇਂ ਦਾਈਆਂ ਇਹ ਪ੍ਰਕਾਸ਼ ਵੇਖ ਕੇ ਅਚਰਜ ਹੋ ਗਈਆਂ। ਹੌਲੀ ਹੌਲੀ ਇਹ ਪੁੰਨਿਆਂ ਦੇ ਚੰਦਰਮਾ ਸਮਾਨ ਪ੍ਰਕਾਸ਼, ਇਹਦਾ ਜੋ ਗੋਲਾਕਾਰ ਚੱਕਰ ਮਹਾਰਾਜ ਦੇ ਸਰੀਰ ਦੁਆਲੇ ਸੀ, ਇਹ ਮੱਧਮ ਪੈਂਦਾ ਪੈਂਦਾ ਜਿਸ ਰੂਪ ਵਿੱਚੋਂ ਪ੍ਰਗਟ ਹੋਇਆ ਸੀ ਉਸੇ ਵਿੱਚ ਲੀਨ ਹੋ ਗਿਆ। ਖੁਸ਼ੀ ਦੀ ਲਹਿਰ ਘਰ ਦੀ ਚਾਰ ਦੀਵਾਰੀ ਦੇ ਅੰਦਰ ਮਿਉ ਨਾ ਸਕੀ। ਸਾਰੇ ਨਗਰ ਦੇ ਵਿੱਚ ਖਬਰ ਫੈਲ ਗਈ ਇੱਕਦਮ। ਦਿਨ ਚੜ੍ਹੇ ਹੀ ਨੰਬਰਦਾਰਾਂ ਦੇ ਘਰ ਅੱਗੇ ਖੁਸ਼ੀਆਂ ਦੇ ਡਾਂਕੇ ਵੱਜਣ ਲੱਗੇ। ਘਰ ਆ ਕੇ ਲੋਕੀ ਚੌਧਰੀ ਵੀਰ ਸਿੰਘ ਜੋ ਕਿ ਮਹਾਰਾਜ ਜੀ ਦੇ ਦਾਦਾ ਜੀ ਸਨ, ਉਹਨਾਂ ਨੂੰ ਵਧਾਈਆਂ ਦੇਣ ਲੱਗੇ। ਦਰਵਾਜ਼ੇ ਅੱਗੇ ਖੁਸ਼ੀ ਦੇ ਸੂਚਕ ਬੰਧਨਵਾਰ ਲਟਕਾਏ ਗਏ। ਡੂਮ, ਭਰਾਈ ਤੇ ਹੋਰ ਗਰੀਬ ਲੋਕ ਮੂੰਹ ਮੰਗਿਆ ਪਦਾਰਥ ਪ੍ਰਾਪਤ ਕਰਨ ਲੱਗੇ। ਇਹਨਾਂ ਭੋਲੇ ਬੰਦਿਆਂ ਨੂੰ ਕੀ ਪਤਾ ਸੀ ਕਿ ਅੱਜ ਸਵੇਰੇ ਦੁਨੀਆ ਵਿੱਚ ਆਉਣ ਵਾਲੇ ਇਸ ਅਨੋਖੇ ਬਾਲਕ ਨੇ ਜੋ ਆਪਣੇ ਹੱਥਾਂ ਦੀਆਂ ਦੋਵੇਂ ਮੁੱਠੀਆਂ ਬੰਦ ਕੀਤੀਆਂ ਹਨ, ਇਹਨਾਂ ਵਿੱਚ ਇਹ ਆਪਣੇ ਸ਼ਰਧਾਲੂਆਂ ਵਾਸਤੇ ਨਿਰੰਕਾਰ ਵੱਲੋਂ ਦੋਹਾਂ ਲੋਕਾਂ ਦੇ ਸੁੱਖਾਂ ਦੀ ਦਾਤ ਲੈ ਕੇ ਆਇਆ ਹੈ। ਉਸ ਸਮੇਂ ਕੁੱਲ ਪੁਰੋਹਿਤ ਪੰਡਿਤ ਸ੍ਰੀ ਰਾਮ ਜੀ ਨੂੰ ਪਤਾ ਲੱਗਾ। ਉਹ ਸਵੇਰੇ ਹੀ ਇਸ਼ਨਾਨ ਤੇ ਪੂਜਾ ਪਾਠ ਤੋਂ ਵਿਹਲਾ ਹੋ ਕੇ ਹਰੀ ਦੱਬ ਲੈ ਕੇ ਚੌਧਰੀਆਂ ਦੇ ਘਰ ਵੱਲ ਤੁਰ ਪਿਆ। ਰਸਤੇ ਵਿੱਚ ਜਾਂਦਿਆਂ ਨਗਰ ਨਿਵਾਸੀ ਪੁੱਛਦੇ, ਪੰਡਿਤ ਜੀ, ਪਰਮੇਸ਼ਰ ਨੇ ਅੱਜ ਕਿਸ ਦੇ ਘਰ ਵਿੱਚ ਰੰਗ ਭਾਗ ਲਾਏ ਹਨ? ਤਾਂ ਪੰਡਿਤ ਜੀ ਬੜੀ ਖੁਸ਼ੀ ਦੇ ਨਾਲ ਜਵਾਬ ਦਿੰਦੇ, ਬਈ ਅੱਜ ਚੌਧਰੀਆਂ ਦੇ ਘਰ ਚੱਲਿਆ ਹਾਂ, ਅੱਜ ਉਹਨਾਂ ਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ। ਜਾ ਕੇ ਚੌਧਰੀ ਵੀਰ ਸਿੰਘ ਨੂੰ ਵਧਾਈਆਂ ਦਿੱਤੀਆਂ, ਨੰਬਰਦਾਰ ਰਾਮ ਸਿੰਘ ਜੀ ਨੂੰ ਵਧਾਈਆਂ ਦਿੱਤੀਆਂ। ਉਸ ਸਮੇਂ ਉਹਨਾਂ ਨੇ ਪੰਡਿਤ ਜੀ ਦਾ ਮੁੱਖ ਮਠਿਆਈਆਂ ਨਾਲ ਮਿੱਠਾ ਕਰਾਇਆ। ਫਿਰ ਉਹਨਾਂ ਨੇ ਸਮਾਂ, ਪਲ ਅਤੇ ਘੜੀ ਇਹ ਪੁੱਛ ਕੇ ਤੇ ਜੋਤਿਸ਼ ਦੇ ਨਾਲ ਜਨਮ ਕੁੰਡਲੀ ਤਿਆਰ ਕੀਤੀ। ਉਸ ਵੱਲ ਵੇਖ ਕੇ ਵਾਰ-ਵਾਰ ਹੈਰਾਨ ਹੁੰਦਾ ਹੈ ਕਿ ਇਹੋ ਜਿਹੇ ਉੱਤਮ ਲਗਨ ਤਾਂ ਅਵਤਾਰਾਂ ਦੇ ਸਰੀਰਾਂ ਵਿੱਚ ਪਾਏ ਜਾਂਦੇ ਹਨ। ਧੰਨ ਭਾਗ ਹਨ ਇਸ ਨਗਰ ਦੇ ਕਿ ਜਿੱਥੇ ਇਸ ਮਹਾਨ ਅਟਲ ਪ੍ਰਤਾਪ ਤੇਜਸਵੀ ਬਾਲਕ ਨੇ ਜਨਮ ਲਿਆ ਹੈ। ਸਭ ਤੋਂ ਸ੍ਰੇਸ਼ਟ ਪੁੰਨ ਕੀਤੇ ਹਨ ਇਸ ਗੁਰਮੁਖ ਪਰਿਵਾਰ ਨੇ। ਇਉਂ ਮਨ ਹੀ ਮਨ ਪ੍ਰਸੰਨ ਹੋਇਆ। ਉਹ ਕੁੰਡਲੀ ਚੌਧਰੀ ਵੀਰ ਸਿੰਘ ਜੀ ਨੂੰ ਫੜਾਈ ਤੇ ਆਖਿਆ, ਚੌਧਰੀ ਜੀ, ਇਹੋ ਜਿਹੇ ਲਗਨ ਤਾਂ ਈਸ਼ਵਰੀ ਕਾਰਕਾਂ ਦੇ ਵਿੱਚ ਪਾਏ ਜਾਂਦੇ ਹਨ। ਉਸ ਸਮੇਂ ਪੰਡਿਤ ਜੀ ਨੂੰ ਬਹੁਤ ਸਾਰੀ ਮਾਇਆ ਦਿੱਤੀ ਗਈ। ਪੰਡਿਤ ਜੀ ਅਸੀਸਾਂ ਦਿੰਦੇ ਹੋਏ ਆਪਣੇ ਘਰ ਵੱਲ ਚਲੇ ਗਏ। ਇਉਂ ਖੁਸ਼ੀਆਂ ਦੇ ਦਿਨ ਲੰਘਦੇ ਗਏ। ਸੁੰਦਰ ਮੁਖੜਾ ਗੁਲਾਬ ਦੇ ਫੁੱਲ ਵਰਗਾ ਟਹਿ ਟਹਿ ਕਰਦਾ ਚਿਹਰਾ ਤੱਕ ਕੇ ਤੇ ਮਹਾਰਾਜ ਜੀਆਂ ਦਾ ਨਾਮ ਗੁਲਾਬ ਸਿੰਘ ਰੱਖਿਆ ਗਿਆ। ਕਿਉਂ? ਮਹਾਰਾਜ ਜੀਆਂ ਦੇ ਜਨਮ ਤੋਂ ਪਹਿਲਾਂ ਸਤਿਕਾਰਯੋਗ ਪਿਤਾ ਬਾਬਾ ਰਾਮ ਸਿੰਘ ਜੀ, ਉਹਨਾਂ ਦੇ ਸੁਪਨੇ ਦੇ ਵਿੱਚ ਇੱਕ ਮਹਾਂਪੁਰਖ ਆਏ ਸੀ ਅਤੇ ਗੁਲਾਬ ਦਾ ਫੁੱਲ ਦੇ ਕੇ ਗਏ ਸੀ ਤੇ ਬਚਨ ਕੀਤਾ ਸੀ ਕਿ ਤੇਰੇ ਘਰ ਇੱਕ ਬਹੁਤ ਮਹਾਨ ਮਹਾਂਪੁਰਖ ਜਨਮ ਲੈਣਗੇ, ਜਿਨ੍ਹਾਂ ਦੀ ਖੁਸ਼ਬੂ ਪੂਰੀ ਦੁਨੀਆ ਦੇ ਵਿੱਚ ਫੈਲੇਗੀ। ਤੋ ਉਸ ਦ੍ਰਿਸ਼ਟਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਰਾਜ ਜੀ ਦਾ ਨਾਮ ਗੁਲਾਬ ਸਿੰਘ ਰੱਖਿਆ ਗਿਆ। ਸੱਚਮੁੱਚ ਹੀ ਇਹ ਇੱਕ ਅਸਲੀ ਗੁਲਾਬ ਸੀ।
ਜਿਸ ਦੀਆਂ ਕੋਮਲ ਪੱਤੀਆਂ ਹਰ ਇੱਕ ਰਾਹੇ ਜਾਂਦੇ ਪਾਂਧੀ ਦੇ ਮਨ ਨੂੰ ਮੋਹਦੀਆਂ। ਇਹ ਕੰਡਿਆਂ ਤੋਂ ਬਿਨਾ ਖੁਸ਼ਬੂਦਾਰ ਗੁਲਾਬ ਹੈ, ਜਿਸ ਦੀ ਮਹਿਕ ਪੰਜਾਬ ਅੰਦਰ ਸੀਮਤ ਨਾ ਰਹੀ, ਸਗੋਂ ਹਿੰਦੁਸਤਾਨ ਦੇ ਕੀ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿੱਚ ਫੈਲ ਗਈ। ਜਿਸ ਦੀ ਮਕਰੰਦ ਧੂੜੀ ਪ੍ਰਾਪਤ ਕਰਨ ਵਾਸਤੇ ਲੱਖਾਂ ਹੀ ਜਗਿਆਸੂ ਭੌਰਿਆਂ ਸਮਾਨ ਉਤਾਵਲੇ ਹੋ ਰਹੇ ਸਨ। 40 ਦਿਨਾਂ ਪਿੱਛੋਂ ਬੜਾ ਭਾਰੀ ਜੱਗ ਕੀਤਾ, ਜਿਸ ਵਿੱਚ ਨਗਰ ਤੋਂ ਇਲਾਵਾ ਹੋਰ ਵੀ ਬਾਹਰਲੇ ਪਿੰਡਾਂ ਦੇ ਗਰੀਬ ਬਹੁਤ ਰੱਜ ਕੇ ਭੋਜਨ ਛਕ ਕੇ ਗਏ। ਸਾਧੂਆਂ ਨੂੰ, ਬ੍ਰਾਹਮਣਾਂ ਨੂੰ, ਪ੍ਰੋਤਾਂ ਨੂੰ ਦਾਨ ਦਛਣਾ ਵੀ ਦਿੱਤੀ ਗਈ। ਸਭਨਾਂ ਨੇ ਮਿੱਠੀਆਂ ਅਸੀਸਾਂ ਦਿੱਤੀਆਂ। ਉਸ ਸਮੇਂ ਇਸ ਗੱਲ ਨੂੰ ਕੌਣ ਜਾਣਦਾ ਸੀ ਕਿ 40 ਦਿਨ ਪਹਿਲਾਂ ਸੰਸਾਰ ਵਿੱਚ ਆਏ ਇਸ ਬੱਚੇ ਨੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੁੱਜ ਕੇ ਚੌਥੇ ਪਾਤਸ਼ਾਹ ਮਹਾਰਾਜ ਜੀਆਂ ਦੇ ਇਸ ਮਹਾਵਾਕ ਨੂੰ ਸਫਲਿਆਂ ਕਰਨਾ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਪਰਮੇਸ਼ਰ ਤੋਂ ਵਿਛੜੀਆਂ ਹੋਰ ਵੀ ਲੱਖਾਂ ਰੂਹਾਂ ਨੂੰ ਨਾਮ ਦੀਆਂ ਦਾਤਾਂ ਬਖਸ਼ ਕੇ ਪੂਰੇ ਗੁਰੂ ਦੀ ਮਿਹਰ ਦਾ ਸਦਕਾ ਅਕਾਲ ਪੁਰਖ ਨਾਲ ਜੋੜਨਾ ਹੈ। ਇਸ ਮਾਤਾ ਰਤਨ ਕੌਰ ਦੇ ਅਸਲੀ ਰਤਨ ਨੇ ਲੱਖਾਂ ਜਗਿਆਸੂ ਹਿਰਦਿਆਂ ਦਾ ਅੰਧਕਾਰ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰਨਾ ਹੈ। ਸੋ ਇਸ ਪ੍ਰਕਾਰ ਸੰਤ ਜੀ ਮਹਾਰਾਜ ਜਦੋਂ 1 ਸਾਲ ਦੇ ਹੋ ਗਏ ਤਾਂ ਮੁੜ ਭਾਗਾਂ ਭਰਿਆ 21 ਸਾਵਣ ਤੇ 5 ਅਗਸਤ ਦਾ ਸ਼ੁਭ ਦਿਹਾੜਾ ਆ ਗਿਆ। ਮਾਤਾ ਪਿਤਾ ਨੇ ਵਰ੍ਹੇਗੰਢ ਮਨਾਉਣ ਵਾਸਤੇ 2 ਦਿਨ ਪਹਿਲਾਂ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ, ਜਿਸ ਦੀ ਸਮਾਪਤੀ ਹਜੂਰ ਦੇ ਅਵਤਾਰ ਦਿਹਾੜੇ ਵਾਲੇ ਦਿਨ 21 ਸਾਵਣ ਵਾਲੇ ਦਿਨ ਕੀਤੀ ਗਈ। ਭੋਗ ਉਪਰੰਤ ਬੜਾ ਵੱਡਾ ਜੱਗ ਕੀਤਾ। ਹਰੇਕ ਗਰੀਬ ਅਮੀਰ ਨੇ ਪ੍ਰਸ਼ਾਦ ਛਕਿਆ। ਨੂਰਾਨੀ ਜੋਤ ਛੋਟੇ ਜਿਹੇ ਰੂਪ ਦੇ ਵਿੱਚ ਮਾਨੋ 52 ਭਗਵਾਨ ਨੇ ਇਸ ਆਕਾਰ ਦੇ ਵਿੱਚ ਬਾਲ ਲੀਲਾ ਕਰ ਕੀਤੀ ਹੋਵੇ, ਜਿਸ ਦੇ ਸਰੀਰ ਦੇ ਅੰਗ ਅੰਗ ਦੀ ਸ਼ੋਭਾ ਹਰ ਇੱਕ ਇਸਤਰੀ ਪੁਰਸ਼ ਦੇ ਮਨਾਂ ਨੂੰ ਮੋਹਦੀ ਹੈ। ਸੀਸ ਦੇ ਉੱਤੇ ਛੱਲਿਆਂ ਵਾਲੇ ਚਿਕਨਾਹਟ ਸਹਿਤ ਗੁਰੂ ਕੀ ਮੋਹਰ, ਕਾਲੇ ਕੇਸ, ਖੰਡੇ ਦੀ ਧਾਰ ਵਰਗਾ ਤਿੱਖਾ ਨੱਕ, ਮਿਰਗ ਦੇ ਬੱਚੇ ਸਮਾਨ ਮਿਹਰਾਂ ਭਰੇ ਸੁੰਦਰ ਨੇਤਰ, ਪੁੰਨਿਆਂ ਦੇ ਚੰਦਰਮਾ ਸਮਾਨ ਚੌੜਾ ਤੇ ਭਾਗਾਂ ਭਰਿਆ ਪ੍ਰਕਾਸ਼ਮਈ ਮਸਤਕ। ਸੋ ਇਸ ਤਰ੍ਹਾਂ ਦੇ ਨਾਲ ਗੋਲ ਅਤੇ ਭਰਮਾ ਜੋ ਸੁੰਦਰ ਸਰੂਪ ਹੈ, ਮਹਾਰਾਜ ਜੀਆਂ ਦੀ ਵਡਿਆਈ ਨੂੰ ਕੌਣ ਕਥਨ ਕਰ ਸਕਦਾ ਹੈ। ਆਲੋਵਾਲ ਨਗਰ ਤੋਂ 8 ਮੀਲਾਂ ਤੇ ਬਧੌਸ਼ੀ ਨਾਮ ਦਾ ਇੱਕ ਪਿੰਡ, ਉਹਨੇ ਦਿਨੀ ਬਧੌਸ਼ੀ ਵਾਲੇ ਸੰਤ ਬਾਬਾ ਬੀਰਮਦਾਸ ਜੀ ਮਹਾਰਾਜ ਬੜੇ ਤੇਜ ਪ੍ਰਤਾਪੀ ਅਤੇ ਸੰਗਤਾਂ ਦੇ ਵਿੱਚ ਬਹੁਤ ਨਾਮ ਸੀ ਉਹਨਾਂ ਦਾ। ਭਾਵੇਂ ਆਪ ਮਸਤਾਨੀ ਬਿਰਤੀ ਵਿੱਚ ਹੀ ਰਹਿੰਦੇ ਸੀ, ਸੰਸਾਰੀ ਲੋਕਾਂ ਦੀ ਜੋ ਦੁਨਿਆਵੀ ਪਦਾਰਥਾਂ ਦੀ ਮੰਗ ਕਰਨ ਵਾਲੇ ਹੁੰਦੇ, ਵਾਧੂ ਸਿਰਦਰਦੀ ਤੋਂ ਬਚਣ ਵਾਸਤੇ ਉਹਨਾਂ ਦੀ ਇੱਟਾਂ ਵੀ ਮਾਰਦੇ, ਸਖਤ ਬਚਨ ਵੀ ਆਖਦੇ, ਪਰ ਸਨ ਪੂਰਨ ਬ੍ਰਹਮ ਗਿਆਨੀ ਅਤੇ ਮਹਾਂ ਤਿਆਗੀ ਮਹਾਤਮਾ। ਪਰਮਾਰਥੀ ਪਾਂਧੀਆਂ ਦਾ ਸਤਿਕਾਰ ਵੀ ਕਰਦੇ। ਭਾਵੇਂ ਆਪ ਤਾਂ ਬਾਹਰ ਜੰਗਲ ਵਿੱਚ ਹੀ ਰਹਿੰਦੇ ਸੀ, ਪਰ ਆਏ ਗਏ ਯਾਤਰੂਆਂ ਵਾਸਤੇ ਲੰਗਰ ਚੱਲਦਾ ਸੀ। ਰਹਿائش ਲਈ ਮਕਾਨ ਵੀ ਬਣੇ ਹੋਏ ਸਨ। ਕਈ ਵਾਰ ਬਾਬਾ ਰਾਮ ਸਿੰਘ ਜੀ ਤੇ ਮਾਤਾ ਰਤਨ ਕੌਰ ਜੀ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਬਧੌਸ਼ੀ ਜਾਇਆ ਕਰਦੇ ਸੀ। ਦੂਰੋਂ ਨਮਸਕਾਰ ਕਰਕੇ ਪਿੱਛੇ ਹੀ ਬੈਠ ਜਾਂਦੇ, ਪਰ ਇਹਨਾਂ ਨੂੰ ਪਾਸ ਜਾ ਕੇ ਸੰਤ ਆਪ ਬੁਲਾਉਂਦੇ, ਪੁੱਛਣਾ, ਨੰਬਰਦਾਰਾ ਕੀ ਹਾਲ ਹੈ। ਹੋਰ ਵੀ ਆਪਣੀ ਮੌਜ ਦੇ ਵਿੱਚ ਆ ਕੇ ਬਚਨ ਕਰ ਲੈਂਦੇ, ਜਿਨ੍ਹਾਂ ਵਿੱਚੋਂ ਕਈਆਂ ਬਚਨਾਂ ਦੀ ਸਮਝ ਪੈਂਦੀ ਤੇ ਕਈ ਸਮਝ ਨਹੀਂ ਸੀ ਆਉਂਦੀ। ਇੱਕ ਸਮੇਂ ਜਦੋਂ ਬਾਲ ਸਰੂਪ ਸੰਤ ਜੀ ਮਹਾਰਾਜ 4 ਸਾਲਾਂ ਦੇ ਸਨ,
ਮਾਤਾ ਪਿਤਾ ਜੀ ਬਧੌਸ਼ੀ ਜਾਣ ਲਈ ਤਿਆਰ ਹੋਏ। ਗੁਲਾਬ ਸਿੰਘ ਜੀ ਨੂੰ ਬੱਚਾ ਜਾਣ ਕੇ ਵੀ ਇੰਨੇ ਲੰਮੇ ਸਫ਼ਰ ਦੇ ਵਿੱਚ ਖੇਚਲ ਹੋਵੇਗੀ, ਆਪ ਜੀ ਘਰ ਛੱਡ ਗਏ। ਚੂਰੀ ਕੁੱਟ ਕੇ ਛੰਨੇ ਵਿੱਚ ਪਾ ਕੇ ਅੱਗੇ ਰੱਖ ਦਿੱਤੀ ਤੇ ਆਪ ਚੁੱਪ ਚਪੀਤੇ ਚੱਲ ਪਏ। ਜਦੋਂ ਹਜ਼ੂਰ ਨੇ ਜਾਣਿਆ ਕਿ ਮਾਤਾ ਜੀ ਸਾਨੂੰ ਚੂਰੀ ਦਾ ਲਾਲਚ ਦੇ ਕੇ ਤੇ ਸੰਤਾਂ ਦੇ ਦਰਸ਼ਨਾਂ ਤੋਂ ਵਾਂਝਿਆ ਰੱਖਣਾ ਚਾਹੁੰਦੇ ਹਨ, ਤਾਂ ਆਪ ਨੇ ਉਸੇ ਜਗ੍ਹਾ ਛੰਨਾ ਰੱਖ ਦਿੱਤਾ ਤੇ ਮਗਰ ਭੱਜ ਤੁਰੇ। ਮਾਤਾ ਪਿਤਾ ਜੀ ਥੋੜੀ ਦੂਰ ਚਲੇ ਗਏ ਸਨ। ਇਹ ਵੀ ਆਵਾਜ਼ਾਂ ਮਾਰਦੇ ਇੱਕ ਫਰਲਾਂਗ ਤੇ ਜਾ ਕੇ ਰਲ ਗਏ। ਮਾਤਾ ਨੇ ਗੋਦੀ ਚੱਕ ਲਿਆ, ਮੇਰਾ ਗੁਲਾਬ ਆ ਗਿਆ, ਮੇਰਾ ਗੁਲਾਬ ਆ ਗਿਆ ਕਹਿ ਕੇ ਬੜਾ ਪਿਆਰ ਕੀਤਾ। ਨਾਲ ਰਲਾ ਕੇ ਚੱਕ ਕੇ ਮਾਤਾ ਜੀ ਬਧੌਸ਼ੀ ਪਹੁੰਚ ਗਏ। ਪਹਿਲੇ ਸੁਭਾਅ ਅਨੁਸਾਰ ਮੱਥਾ ਟੇਕ ਕੇ ਪਿੱਛੇ ਹੀ ਬੈਠ ਗਏ। ਸੰਤਾਂ ਨੇ ਆਵਾਜ਼ ਮਾਰੀ, ਕੋਲ ਸੱਦਿਆ, ਤਾਂ ਮਨ ਵਿੱਚ ਭੈ ਕਰਦੇ ਹੋਏ ਪਾਸ ਪਹੁੰਚੇ ਵੀ ਆਖਣਗੇ ਵੀ ਇਸ ਬੱਚੇ ਨੂੰ ਕਿਉਂ ਨਾਲ ਲੈ ਕੇ ਆਏ ਹੋ। ਪਰ ਉਹ ਕੁਝ ਨਾ ਬੋਲੇ। ਆਪਣੀ ਮੌਜ ਵਿੱਚ ਪੈਰਾਂ ਭਾਰ ਬਾਬਾ ਬੀਰਮਦਾਸ ਜੀ ਬੈਠੇ ਸਨ। ਮਾਤਾ ਪਿਤਾ ਤਾਂ ਨਮਸਕਾਰ ਕਰਕੇ ਪਿੱਛੇ ਹੀ ਬੈਠ ਗਏ, ਪਰ ਬਾਲ ਸਰੂਪ ਸੰਤ ਜੀ ਗੁਲਾਬ ਸਿੰਘ ਜੀ ਬਾਬਾ ਬੀਰਮਦਾਸ ਜੀ ਦੇ ਸੱਜੇ ਪਾਸੇ ਉਸੇ ਤਰ੍ਹਾਂ ਪੈਰਾਂ ਭਾਰ ਬੈਠ ਗਏ ਜਿਵੇਂ ਬਾਬਾ ਬੀਰਮਦਾਸ ਜੀ ਬੈਠੇ ਸਨ। ਮਾਤਾ ਪਿਤਾ ਭੈ ਕਰਦੇ ਹੋਏ ਸੋਚਦੇ ਹਨ ਕਿ ਅੱਜ ਬੱਚਾ ਨਾਲ ਆ ਗਿਆ ਤੇ ਸੰਤਾਂ ਦੇ ਕੋਲ ਜਾ ਕੇ ਬੈਠ ਗਿਆ, ਕਿਤੇ ਸੰਤ ਨਾਰਾਜ਼ ਨਾ ਹੋ ਜਾਣ। ਪਰ ਸੰਤ ਤਾਂ ਆਪ ਬਾਲਕ ਦੇ ਚਿਹਰੇ ਵੱਲ ਤੱਕੀ ਜਾ ਰਹੇ ਸੀ। ਸੀਸ ਦੇ ਉੱਤੇ ਨਿੱਕੇ ਨਿੱਕੇ ਘੁੰਘਰਾਲੇ ਵਾਲਾਂ ਦਾ ਜੂੜਾ, ਉੱਪਰ ਰੁਮਾਲ ਬੰਨਿਆ ਹੋਇਆ, ਤੇੜ ਨਿੱਕਾ ਜਿਹਾ ਕਸ਼ਹਿਰਾ, ਗਲ ਅੱਧੀਆਂ ਬਾਹਾਂ ਵਾਲੀ ਕੀਮਤੀ ਵਸਤਰ ਦੀ ਨਿੱਕੀ ਜਿਹੀ ਝੱਗੀ, ਮਨ ਨੂੰ ਮੋਹਣ ਵਾਲੀ ਮੂਰਤ। ਇਹ ਤੱਕ ਕੇ ਸੰਤ ਪੁੱਛਦੇ ਹਨ, ਨੰਬਰਦਾਰਾ ਇਹ ਕੌਣ ਹੈ? ਉਹ ਡਰਦੇ ਚੁੱਪ ਕਰ ਗਏ। ਸੰਤਾਂ ਨੇ ਫੇਰ ਆਖਿਆ, ਦੱਸ ਬਈ ਇਹ ਕੌਣ ਹੈ? ਉਹਨਾਂ ਨੇ ਕੰਬਦੇ ਮਨ ਨਾਲ ਅਰਜ਼ ਕੀਤੀ, ਮਹਾਰਾਜ ਇਹ ਤੁਹਾਡੀ ਦਾਤ ਹੈ। ਸੰਤਾਂ ਨੇ ਫੇਰ ਕਿਹਾ, ਦਾਤਾਂ ਤਾਂ ਸਾਰੀਆਂ ਪਰਮੇਸ਼ਰ ਦੀਆਂ ਹਨ, ਪਰ ਇਹ ਕੌਣ ਹੈ? ਇਹਨਾਂ ਨੇ ਕਿਹਾ, ਮਹਾਰਾਜ ਸੰਸਾਰੀ ਸੰਬੰਧ ਕਰਕੇ ਇਹ ਸਾਡਾ ਪੁੱਤਰ ਹੈ। ਸੰਤ ਬੜਾ ਹੱਸੇ ਅਤੇ ਕਿਹਾ, ਤੈਨੂੰ ਫਿਰ ਪਤਾ ਨਹੀਂ ਵੀ ਇਹ ਕੌਣ ਹੈ? ਫੇਰ ਬੋਲੇ, ਨੰਬਰਦਾਰਾ ਲੋਕ ਸਾਨੂੰ ਵੀ ਸੰਤ ਕਹਿੰਦੇ ਹਨ, ਭਾਵਨਾ ਨਾਲ ਦੂਰੋਂ ਦੂਰੋਂ ਦਰਸ਼ਨ ਕਰਨ ਵੀ ਆਉਂਦੇ ਹਨ, ਪਰ ਤੂੰ ਜਿਸ ਨੂੰ ਆਪਣਾ ਪੁੱਤਰ ਸਮਝਦਾ ਹੈ, ਆਪਣੇ ਅੱਖੀਂ ਵੇਖ ਲਈ ਇਹ ਕਿਹੋ ਜਿਹਾ ਉੱਚ ਅਵਸਥਾ ਵਾਲਾ ਸੰਤ ਬਣੇਗਾ। ਸਾਡਾ ਤਾਂ ਹਰੇਕ ਗਰੀਬ ਅਮੀਰ ਦੂਰੋਂ ਨੇੜਿਓਂ ਦਰਸ਼ਨ ਕਰੇ ਹੀ ਲੈਂਦਾ ਹੈ, ਪਰ ਇਹ ਰਾਜਾ ਜੋਗੀ ਮਰਜ਼ਾਦਾ ਪੁਰਸ਼ੋਤਮ ਗੁਰੂ ਨਾਨਕ ਦੇ ਸਿਧਾਂਤ ਨੂੰ ਸੰਸਾਰ ਭਰ ਦੇ ਵਿੱਚ ਪ੍ਰਸਾਰਨ ਵਾਲਾ ਮਹਾਨ ਤੇਜਸਵੀ ਸੰਗਤ ਪੂਜ ਮਹਾਪੁਰਸ਼ ਹੋਵੇਗਾ। ਇਸ ਦਾ ਤਾਂ ਦਰਸ਼ਨ ਕਰਨ ਵਾਸਤੇ ਆਪਣੇ ਆਪ ਨੂੰ ਵੱਡੇ ਤੋਂ ਵੱਡੇ ਅਖਵਾਉਣ ਵਾਲੇ ਆਦਮੀ ਪਹਿਲਾਂ ਸਮਾਂ ਮੰਗਿਆ ਕਰਨਗੇ। ਉਪਰੰਤ ਆਪ ਜੀ ਨੂੰ ਸੰਤਾਂ ਨੇ ਗੋਦੀ ਚੱਕ ਕੇ ਬੜਾ ਪਿਆਰ ਕੀਤਾ। ਮਾਤਾ ਪਿਤਾ ਜੀ ਸੰਤਾਂ ਦਾ ਇਹ ਬਚਨ ਸੁਣ ਕੇ ਪ੍ਰਸੰਨ ਵੀ ਹੋਏ ਤੇ ਉਦਾਸ ਵੀ ਹੋਏ। ਪ੍ਰਸੰਨਤਾ ਦਾ ਕਾਰਨ ਇਹ ਸੀ ਕਿ ਸਾਡਾ ਬੱਚਾ ਪੂਰਨ ਸੰਤ ਅਤੇ ਸੰਸਾਰ ਦਾ ਰਹਿਬਰ ਬਣੇਗਾ। ਉਦਾਸੀ ਦਾ ਕਾਰਨ ਇਹ ਸੀ ਵੀ ਇਹ ਘਰ-ਬਾਰ ਛੱਡ ਕੇ ਸਾਧ ਬਣ ਜਾਏਗਾ। ਇਹ ਬਚਨ ਬਾਬਾ ਰਾਮ ਸਿੰਘ ਜੀ ਆਪ ਦੱਸਿਆ ਕਰਦੇ ਸਨ। ਇਸ ਪ੍ਰਕਾਰ ਸਮਾਂ ਲੰਘਦਾ ਗਿਆ। ਸਮੇਂ ਦੀ ਤਿੱਖੀ ਚਾਲ ਨਾਲ ਸੰਤ ਬਾਲਕੇ ਦਾ ਪਾਵਨ ਤੇ ਪਰਉਪਕਾਰੀ ਸਰੀਰ ਵੀ ਵੱਧਦਾ ਫੁੱਲਦਾ ਗਿਆ। ਸ਼ੁਰੂ ਤੋਂ ਘਰ ਦੇ ਵਿੱਚ ਕਿਸੇ ਪਦਾਰਥ ਦੀ ਕਮੀ ਨਹੀਂ ਸੀ। ਇਸ ਕਰਕੇ ਦਿਨਾਂ ਵਿੱਚ ਹੀ ਮਹਾਰਾਜ ਜੀ ਦਾ ਸਰੀਰ ਭਰਵਾਂ ਕੱਦ ਹੋ ਗਿਆ।
6ਵੇਂ ਸਾਲ ਵਿੱਚ ਮਾਤਾ ਪਿਤਾ ਨੇ ਪੜ੍ਹਨੇ ਪਾਉਣ ਦੀ ਵਿਚਾਰ ਕੀਤੀ। ਪਿੰਡ ਤਾਂ ਸਕੂਲ ਹੈ ਨਹੀਂ ਸੀ, ਜਿਸ ਕਰਕੇ ਪਹਿਲਾਂ 3 ਜਮਾਤਾਂ ਪਿੰਡ ਦੇ ਡੇਰੇ ਇੱਕ ਸਦਾਨੰਦ ਸਾਧੂ ਤੋਂ ਪੜ੍ਹੀਆਂ, ਜਿਸ ਕੋਲ ਨਗਰ ਦੇ ਹੋਰ ਵੀ ਬੱਚੇ ਪੜ੍ਹਦੇ ਸਨ। ਇਹ ਜੇਲਮ ਤੋਂ ਓਵਰਸੀਰੀ ਛੱਡ ਕੇ ਸੰਸਾਰ ਤੋਂ ਪ੍ਰਾਮ ਹੋ ਕੇ ਸਾਧੂ ਬਣਿਆ ਸੀ। ਫਿਰ ਚੌਥੀ ਜਮਾਤ ਚੁਲੈਲੇ ਪਿੰਡ ਪੜ੍ਹਨ ਜਾਇਆ ਕਰਦੇ। 5ਵੀਂ ਜਮਾਤ ਪੜ੍ਹਨ ਵਾਸਤੇ 1 ਸਾਲ ਮਨੌੜ ਪਿੰਡ ਜਾਂਦੇ ਰਹੇ। ਇਮਤਿਹਾਨ ਦੇ ਸਮੇਂ ਹਰੇਕ ਸਾਲ ਕਲਾਸ ਦੇ ਵਿੱਚੋਂ ਫਸਟ ਆਉਂਦੇ ਸੀ। ਇਹ ਦੋਵੇਂ ਨਗਰ ਆਲੋਵਾਲ ਤੋਂ 4-4 ਕੋਹਾਂ ਦੇ ਫਾਸਲੇ ਤੇ ਸੀਗੇ। 6ਵੀਂ ਜਮਾਤ ਪਟਿਆਲੇ ਮਾਡਲ ਹਾਈ ਸਕੂਲ ਵਿੱਚ ਦਾਖਲ ਹੋ ਗਏ ਅਤੇ ਆਪਣੀ ਰਿਹਾਇਸ਼ ਆਪਣੀ ਭੂਆ ਬਿਸ਼ਨ ਕੌਰ ਜੀ ਦੇ ਘਰ, ਜੋ ਕਿ ਸਰਦਾਰ ਕਾਹਨ ਸਿੰਘ ਨੂੰ ਵਿਆਹੀ ਸੀ, ਇੱਥੇ ਰੱਖੀ। ਇੱਥੇ ਫਿਰ ਮੈਟ੍ਰਿਕ ਕੀਤੀ। ਸਕੂਲ ਦੀ ਛੁੱਟੀ ਹੋਈ ਤੋਂ ਸ਼ਾਮ ਦੇ ਟਾਈਮ ਪਟਿਆਲੇ ਤੋਪਖਾਨੇ ਦੀ ਗਰਾਊਂਡ ਵਿੱਚ ਫੌਜੀਆਂ ਦੇ ਨਾਲ ਆਪ ਹਾਕੀ ਖੇਡਣ ਆ ਜਾਇਆ ਕਰਦੇ। ਆਪ ਜੀ ਨੂੰ ਵਾਲੀਬਾਲ ਤੇ ਬਾਸਕਟਬਾਲ ਖੇਡਣ ਦਾ ਬਹੁਤ ਸ਼ੌਂਕ ਸੀ, ਪਰ ਕ੍ਰਿਕਟ ਦੇ ਤਾਂ ਬਹੁਤ ਵੱਡੇ ਖਾਸ ਪਲੇਅਰ ਸਨ ਜੋ ਸਕੂਲ ਦੀ ਗਰਾਊਂਡ ਵਿੱਚ ਖੇਲਿਆ ਕਰਦੇ। ਹਾਕੀ ਸਪੋਰਟਸ ਕਲੱਬ ਦੇ ਆਪ ਜੀ ਮੈਂਬਰ ਵੀ ਰਹੇ। ਇਉਂ ਇਹਨਾਂ ਨੂੰ ਖੇਲਾਂ ਦਾ ਬੜਾ ਸ਼ੌਂਕ ਸੀ। ਸਰੀਰ ਦੀ ਬਣਤਰ ਦੇ ਨਾਲ ਹੀ ਚੰਗੀ ਖੁਰਾਕ ਵੀ ਸੀ। ਆਪ ਜੀ ਸਿਹਤ ਵੱਲ ਵੀ ਖਾਸ ਖਿਆਲ ਕਰਦੇ। ਸਵੇਰੇ ਸੈਰ, ਸ਼ਾਮ ਨੂੰ ਖੇਡਾਂ ਤੇ ਕਦੀ ਦੌੜ ਵਿੱਚ ਵੀ ਕਿਸੇ ਨੂੰ ਅੱਗੇ ਨਹੀਂ ਸੀ ਲੱਗਣ ਦਿੰਦੇ। ਸੰਸਾਰਕ ਮਰਜ਼ਾਦਾ ਨੂੰ ਮੁੱਖ ਰੱਖਦਿਆਂ ਸੰਤਾਂ, ਭਗਤਾਂ, ਅਵਤਾਰਾਂ, ਰਿਸ਼ੀਆਂ, ਮੁਨੀਆਂ ਨੇ ਕਿਸੇ ਨਾ ਕਿਸੇ ਪਾਠਸ਼ਾਲਾ ਵਿੱਚ ਜਾ ਕੇ ਜਾਂ ਆਪਣੇ ਅਸਥਾਨ ਤੇ ਬੁਲਾ ਕੇ ਜਾਂ ਕਿਸੇ ਮਹਾਤਮਾ ਦੇ ਆਸ਼ਰਮ ਵਿੱਚ ਪੁੱਜ ਕੇ ਅਧਿਆਪਕਾਂ ਪਾਸੋਂ ਧਾਰਮਿਕ ਤਥਾ ਰਾਜਨੀਤਿਕ ਵਿਦਿਆ ਪੜ੍ਹੀਆਂ ਹਨ। ਜਿਵੇਂ ਕਿ ਸਤਯੁਗ ਦੇ ਸਮੇਂ ਦੈਂਤਾਂ ਦੇ ਗੁਰੂ ਸ਼ੁਕਰਾਚਾਰੀਆ ਦੇ ਪੁੱਤਰ ਸੰਡਾ ਤੇ ਮਰਕਾ ਜਿਹੜੇ ਨੇ ਪ੍ਰਹਲਾਦ ਭਗਤ ਦੇ ਉਸਤਾਦ ਸਨ। ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਨੇ ਵਸ਼ਿਸ਼ਠ ਜੀ ਦੇ ਪਾਸੋਂ ਸ਼ਾਸਤਰ ਅਤੇ ਵਿਸ਼ਵਾਮਿੱਤਰ ਜੀ ਦੇ ਪਾਸੋਂ ਸ਼ਾਸਤਰ ਵਿਦਿਆ ਸਿੱਖੀ। ਦੁਆਪਰ ਯੁੱਗ ਵਿਖੇ ਭਗਵਾਨ ਕ੍ਰਿਸ਼ਨ ਜੀ ਵਿਦਿਆ ਦਾ ਤੇ ਸੰਦੀਪਨ ਤੇ ਯਾਦਵ ਕੁਲ ਦੇ ਗੁਰੂ ਦੁਰਵਾਸ਼ਾ ਜੀ ਸਨ। ਕਲਯੁਗ ਦੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਦਿਆ ਪੜ੍ਹਨ ਦੇ ਬਹਾਨੇ ਗੋਪਾਲ ਪਾਂਧੇ ਤੇ ਕੁਤਬਦੀਨ ਕਾਜੀ ਨੂੰ ਮਾਣ ਬਖਸ਼ਿਆ। 6ਵੇਂ ਪਾਤਸ਼ਾਹ ਜੀ ਨੂੰ ਧਾਰਮਿਕ ਵਿਦਿਆ ਪੜ੍ਹਾਉਣ ਅਤੇ ਸ਼ਾਸਤਰ ਵਿਦਿਆ ਸਿਖਾਉਣ ਵਾਸਤੇ ਬਾਬਾ ਬੁੱਢਾ ਜੀ ਦੇ ਪਾਸ ਬਿਠਾਇਆ। ਦਸ਼ਮੇਸ਼ ਜੀ ਦੇ ਧਾਰਮਿਕ ਟੀਚਰ ਮੁਨਸ਼ੀ ਸਾਹਿਬ ਚੰਦ ਅਤੇ ਫਾਰਸੀ ਦੇ ਉਸਤਾਦ ਮੁਨਸ਼ੀ ਪੀਰ ਮੁਹੰਮਦ ਸਲੋਹ ਵਾਲੇ ਹੋਏ ਹਨ। ਇਹ ਹੋਰ ਵੀ ਵਧੇਰੇ ਖੋਜ ਕੀਤਿਆਂ ਇਹ ਗੱਲ ਸਹੀ ਸਿੱਧ ਹੁੰਦੀ ਹੈ ਕਿ ਸਭ ਕੁਝ ਅੰਦਰ ਹੁੰਦਿਆਂ ਸੁਣਦਿਆਂ ਫੇਰ ਵੀ ਸੰਸਾਰੀ ਨਿਯਮ ਨੂੰ ਪੂਰਾ ਕਰਨ ਵਾਸਤੇ ਸੰਤਾਂ, ਭਗਤਾਂ, ਅਵਤਾਰਾਂ ਅਤੇ ਰਿਸ਼ੀਆਂ ਮੁਨੀਆਂ ਨੇ ਕਿਸੇ ਨਾ ਕਿਸੇ ਦੇ ਪਾਸੋਂ ਵਿਦਿਅਕ ਧਨ ਜ਼ਰੂਰ ਹੀ ਲਿਆ ਹੈ। ਇਸੇ ਤਰ੍ਹਾਂ ਸੰਤ ਜੀ ਮਹਾਰਾਜ 6ਵੀਂ ਕਲਾਸ ਵਿੱਚ ਪਟਿਆਲੇ ਮਾਡਲ ਸਕੂਲ ਵਿੱਚ ਜਾ ਕੇ ਦਾਖਲ ਹੋਏ, ਜਿੱਥੇ ਇੱਕੋ ਜਗ੍ਹਾ ਠਹਿਰ ਕੇ ਆਪ ਜੀ ਨੇ 10ਵੀਂ ਕੀਤੀ। ਜਿਨ੍ਹਾਂ ਟੀਚਰਾਂ ਨੂੰ ਉਸ ਸਮੇਂ ਆਪ ਜੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਉਹਨਾਂ ਮਹਾਂਪੁਰਸ਼ਾਂ ਟੀਚਰਾਂ ਦੇ ਨਾਮ ਮੁਲਖ ਰਾਜ ਜੀ ਹੈਡਮਾਸਟਰ ਸਨ ਔਰ ਧਾਰਮਿਕ ਵਿਦਿਆ ਦੇ ਟੀਚਰ ਗਿਆਨੀ ਪ੍ਰੇਮ ਪ੍ਰਤਾਪ ਸਿੰਘ ਜੀ ਸਨ। ਫਾਰਸੀ ਦੇ ਟੀਚਰ ਮੌਲਵੀ ਸਰਫਰਾਜ ਹੁਸੈਨ, ਪੀਟੀ ਦੇ ਟੀਚਰ ਸਰਦਾਰ ਅਤਰ ਸਿੰਘ ਜੀ, ਸੈਕੰਡ ਮਾਸਟਰ ਅਯੁੱਧਿਆ ਪ੍ਰਸਾਦ ਜੀ, ਹਿਸਾਬ ਤੇ ਤਵਾਰੀਖ ਹਿਸਟਰੀ ਦੇ ਟੀਚਰ ਪੰਡਿਤ ਦਵਾਰਕਾ ਦਾਸ ਜੀ, ਸਾਇੰਸ ਪੜ੍ਹਾਉਣ ਵਾਲੇ ਰਾਮ ਜੀ ਦਾਸ ਜੀ, ਜੋਗਰਾਫੀ ਦੇ ਟੀਚਰ ਮੁਬਾਰਕ ਅਲੀ ਜੀ, ਉਰਦੂ ਦੇ ਟੀਚਰ ਸ਼ੇਖ ਅਬਦੁੱਲਾ ਜੀ। ਇਹ ਹੋਰ ਵੀ ਸਮੇਂ-ਸਮੇਂ ਸਿਰ ਜਿਹੜੇ ਮਾਸਟਰ ਹਨ ਉਹ ਮਹਾਰਾਜੀਆਂ ਦੇ ਪੜ੍ਹਾਉਣ ਵਾਸਤੇ ਆਉਂਦੇ ਰਹੇ। ਤੋ ਇਸ ਤਰ੍ਹਾਂ ਨਾਲ ਪਟਿਆਲੇ ਮਾਡਲ ਸਕੂਲ ਦੇ ਵਿੱਚ ਮਹਾਂਪੁਰਸ਼ ਪੜ੍ਹਾਈ ਕਰਦੇ ਸਨ। ਸਮਾਂ ਆਇਆ
ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਦਾ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਊਆ ਹੰਸ ਹੋਹੈ। ਕਾਮਾਂ ਤੋਂ ਹੰਸ ਤੇ ਪਾਪੀਆਂ ਤੋਂ ਦੇਵਤੇ ਬਣਾਉਣ ਵਾਲੇ ਸਿੱਖ ਧਰਮ ਦੇ ਮਲਾਹ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਸਰੋਵਰ ਦੀ ਕਾਰ ਸੇਵਾ 4 ਹਾੜ 1980 ਬਿਕਰਮੀ ਮੁਤਾਬਕ 17 ਜੂਨ 1923 ਈਸਵੀ ਨੂੰ ਆਰੰਭ ਹੋਈ। ਇਸ ਮਹਾਨ ਜਗ ਸਮਾਗਮ ਵਿੱਚ ਭਾਰਤ ਦੇ ਸਾਰੇ ਜ਼ਿਲ੍ਹਿਆਂ ਤੇ ਰਿਆਸਤਾਂ ਵਿੱਚੋਂ ਆਏ ਪ੍ਰੇਮੀਆਂ ਦਾ ਇਤਨਾ ਭਾਰੀ ਇਕੱਠ ਹੋਇਆ। ਜੋ ਜਥੇ ਪੈਦਲ, ਬੱਸਾਂ ਜਾਂ ਸਾਈਕਲਾਂ ਰਾਹੀਂ ਆਏ, ਉਹਨਾਂ ਤੋਂ ਇਲਾਵਾ ਰੇਲ ਦੀਆਂ ਟਿਕਟਾਂ 9 ਲੱਖ ਗਿਣਤੀ ਹੋਈ ਰੇਲ ਦੀਆਂ ਟਿਕਟਾਂ ਵਾਲਿਆਂ ਦੀ। ਸੋ ਇਸ ਪ੍ਰਕਾਰ ਸੰਗਤਾਂ ਵੱਲੋਂ ਥਾਂ ਥਾਂ ਰਸਤਿਆਂ ਵਿੱਚ ਲੰਗਰ ਜਾਰੀ ਸਨ, ਜਿਨ੍ਹਾਂ ਵਿੱਚ ਚਾਹ, ਦੁੱਧ, ਲੱਸੀ, ਸ਼ਰਦਾਈ, ਮਠਿਆਈ, ਕੜਾਹ ਪ੍ਰਸ਼ਾਦ, ਦਾਲ, ਸਬਜ਼ੀ, ਚਟਣੀ, ਅਚਾਰ, ਪ੍ਰਸ਼ਾਦਿਆਂ ਦੇ ਖੁੱਲ੍ਹੇ ਗੱਫੇ ਵਰਤਦੇ। ਸਾਰੇ ਮਤਾਂ ਦੇ ਸਾਧੂ ਆਏ, ਸੰਨਿਆਸੀ, ਵਿਰਾਗੀ, ਉਦਾਸੀ, ਨਿਰਮਲੇ, ਨਿਹੰਗ ਸਿੰਘ, ਸੇਵਾ ਪੰਥੀ, ਪੰਚਖੰਡੀਏ, ਸੁਥਰੇ ਸ਼ਾਹੀਏ, ਸਾਰੇ ਭੇਖਾਂ ਦੇ ਸਾਧੂ ਆਪੋ ਆਪਣੀਆਂ ਸੰਪਰਦਾਵਾਂ ਡੇਰਿਆਂ ਦੇ ਨਾਮ ਦਰਜ ਕਰਵਾ ਰਹੇ ਸਨ। ਅਰਦਾਸ ਤੋਂ ਉਪਰੰਤ ਪਹਿਲਾਂ 5 ਪਿਆਰਿਆਂ ਨੇ, ਜਿਨ੍ਹਾਂ ਦੇ ਵਿੱਚ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਮੁਖੀ ਸਨ, ਸੋਨੇ ਦੀਆਂ ਕਈਆਂ ਨਾਲ 5-5 ਟੱਕ ਲਾ ਕੇ ਚਾਂਦੀ ਦੇ ਵਾਟਿਆਂ ਦੇ ਵਿੱਚ ਕਾਰ ਸੇਵਾ ਆਰੰਭ ਕੀਤੀ। ਸੰਗਤਾਂ ਦੇ ਮਨਾਂ ਦੇ ਵਿੱਚ ਇਤਨਾ ਉਤਸ਼ਾਹ ਜਾਗਿਆ, ਇਹ ਇੱਕ ਦੂਜੇ ਦੇ ਹੱਥਾਂ ਤੋਂ ਭਰੇ ਹੋਏ ਬਾਟੇ ਖੋਹਦੇ ਸਨ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਵੀ ਸੇਵਾ ਵਿੱਚ ਸ਼ਾਮਲ ਹੋਇਆ। ਸਾਰਾ ਮਾਲਵਾ, ਮਾਝਾ, ਦੁਆਬਾ, ਪੋਠੋਹਾਰ, ਕਾਬਲ, ਕੰਧਾਰ, ਕਸ਼ਮੀਰ, ਪਟਨਾ, ਕਲਕੱਤਾ, ਬੰਬਈ, ਗੱਲ ਕੀ ਸਾਰੇ ਦੇਸ਼ ਦੇ ਵਿੱਚੋਂ ਸੰਗਤਾਂ ਨੇ ਔਰ ਖਾਸ ਕਰਕੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਸਾਰੇ ਪ੍ਰੇਮੀ ਸਤਿਨਾਮ ਵਾਹਿਗੁਰੂ ਦੀ ਧੁਨੀ ਉਚਾਰਦੇ ਹੋਏ ਸੇਵਾ ਵਿੱਚ ਮਸਤ ਸਨ। ਸੰਤ ਮਹਾਰਾਜ ਜੀ ਪਟਿਆਲੇ ਪੜ੍ਹ ਰਹੇ ਸਨ ਮਾਡਲ ਸਕੂਲ ਦੇ ਵਿੱਚ। ਹੋਰ ਹਮ ਅਵਸਥਾ ਦੇ ਸਟੂਡੈਂਟਾਂ ਨੂੰ ਪ੍ਰੇਰਿਆ ਤੇ ਉਹਨਾਂ ਦੇ ਨਾਲ ਮਿਲ ਕੇ ਇਸ ਪਵਿੱਤਰ ਮਹਾਨ ਗੁਰਸੇਵਾ ਦੇ ਕੁੰਭ ਵਿੱਚ ਤਾਰੀਆਂ ਲਾਉਣ ਵਾਸਤੇ ਬੜੇ ਉਤਸ਼ਾਹ ਦੇ ਨਾਲ ਪੁੱਜੇ। ਮਾਨੋ ਇੱਥੋਂ ਹੀ ਆਪਣੇ ਪਰਉਪਕਾਰੀ ਸੇਵਾ ਤੇ ਸਿਮਰਨ ਦੇ ਪਰਮਾਰਥੀ ਜੀਵਨ ਦੀ ਨੀਂਹ ਰੱਖੀ, ਜੋ ਅਖੀਰ ਤੱਕ ਇੱਕ ਰਸ ਨਿਭ ਗਈ। ਸੰਸਾਰ ਵਿੱਚ ਅਨੇਕਾਂ ਮਨੁੱਖ ਪੈਦਾ ਹੋਏ ਹਨ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਪ੍ਰਤਾਪ, ਬਾਹੂਬਲ ਅਤੇ ਵਿੱਦਿਆ ਦੁਆਰਾ ਪ੍ਰਸਿੱਧਤਾ ਪ੍ਰਾਪਤ ਕੀਤੀ, ਪਰੰਤੂ ਉਹਨਾਂ ਦੇ ਅੱਖਾਂ ਮੀਟਣ ਦੇ ਨਾਲ ਹੀ ਉਹਨਾਂ ਦਾ ਨਾਮ ਵੀ ਸੰਸਾਰ ਤੋਂ ਅਲੋਪ ਹੋ ਗਿਆ। ਪਰ ਇਸ ਦੇ ਮੁਕਾਬਲੇ ਜਿਨ੍ਹਾਂ ਲੋਕਾਂ ਨੇ ਦੂਜਿਆਂ ਦੇ ਭਲੇ ਲਈ ਆਪਣੇ ਆਪ ਨੂੰ ਅਰਪਣ ਕਰ ਦਿੱਤਾ ਅਤੇ ਜਿਨ੍ਹਾਂ ਨੇ ਵਾਹਿਗੁਰੂ ਸਿਮਰਨ ਵਿੱਚ ਆਪਣੀ ਆਯੂ ਬਤੀਤ ਕੀਤੀ, ਉਹ ਅੱਖਾਂ ਮੀਟਣ ਮਗਰੋਂ ਸੰਸਾਰ ਵਿੱਚ ਸੂਰਜ ਸਮਾਨ ਚਮਕੇ। ਸਮੇਂ ਦੇ ਗੁਜ਼ਰਨ ਨਾਲ ਉਹਨਾਂ ਦੀ ਕੀਰਤੀ ਵਧੀ ਅਤੇ ਸਦੀਵੀ ਅਮਰ ਹੋ ਗਏ। ਇਸ ਤਰ੍ਹਾਂ ਦੇ ਸਤਵਾਦੀ, ਮਹਾਂਤਿਆਗੀ, ਨਾਮ ਰਸੀਏ, ਪੂਰਨ ਗਿਆਨਵਾਨ, ਗੁਰਸਿੱਖੀ ਦੇ ਚਮਕਦੇ ਸਿਤਾਰੇ ਜੋਗੀ ਰਾਜ ਗੁਰੂ ਕੇ ਲਾਲ ਸੰਤ ਜੀ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਹੋਏ ਹਨ, ਜਿਨ੍ਹਾਂ ਨੇ ਫੌਜ ਦੀ ਨੌਕਰੀ ਕਰਦਿਆਂ ਹੋਤੀ ਮਰਦਾਨ ਵਾਲੇ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਸੀ। ਹੌਲਦਾਰੀ ਪੈਨਸ਼ਨ ਉਪਰੰਤ ਲੁਧਿਆਣੇ ਜ਼ਿਲ੍ਹੇ ਦੇ ਦੁਰਾਹੇ ਮੰਡੀ ਦੇ ਪਾਸ ਰੇਰੂ ਸਾਹਿਬ ਆ ਕੇ ਸਰਬੰਸਦਾਨੀ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨ ਛੋਹ ਵਾਲੀ ਧਰਤੀ ਤੇ ਸਥਿਤ ਹੋ ਕੇ ਸਾਰੀ ਜ਼ਿੰਦਗੀ ਗੁਰਚਰਨਾਂ ਦੇ ਧਿਆਨ, ਨਾਮ ਸਿਮਰਨ ਅਤੇ ਗੁਰਸੇਵਾ ਦੇ ਵਿੱਚ ਬਤੀਤ ਕੀਤੀ। ਹੱਥੀਂ ਹਲ ਵਾਹ ਕੇ ਲੰਗਰ ਚਲਾਇਆ, ਅਸਥਾਨ ਦੀ ਸੇਵਾ ਕਰਵਾਈ, ਨਾਮ ਜਪਿਆ ਤੇ ਜਪਾਇਆ।
ਪਾਵਨ ਨਾਮ ਨੂੰ ਸਕਾਰਥ ਕਰਨ ਵਾਲੀ ਅਤਰ ਦੀ ਮਹਿਕ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਪਸਰ ਗਈ। ਹੋਰਨਾਂ ਪਿੰਡਾਂ ਤੇ ਸ਼ਹਿਰਾਂ ਵਾਂਗੂ ਪਟਿਆਲੇ ਦੇ ਤੋਪਖਾਨੇ ਅਤੇ ਪਲਟਣ ਦੇ ਬਹੁਤ ਸਾਰੇ ਫੌਜੀ ਆਪ ਜੀ ਤੋਂ ਵਰਸਾਏ ਸਨ, ਜੋ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਜਾਗਦੇ, ਨਾਮ ਜਪਦੇ, ਦੋਨੋਂ ਸਮੇਂ ਗੁਰਦੁਆਰੇ ਸਾਹਿਬ ਗੁਰਬਾਣੀ ਦਾ ਕੀਰਤਨ ਕਰਦੇ। ਉਹਨਾਂ ਦੇ ਵਿੱਚ ਮਿਲ ਕੇ ਸੰਤ ਮਹਾਰਾਜ ਵੀ ਸਕੂਲ ਦੀ ਪੜ੍ਹਾਈ ਤੋਂ ਵਿਹਲ ਕੱਢ ਕੇ ਦੀਵਾਨ ਵਿੱਚ ਜਾ ਕੇ ਚਿਮਟਾ ਵਜਾਉਂਦੇ ਤੇ ਸ਼ਬਦ ਪੜ੍ਹਦੇ ਸਨ। ਤੋਪਖਾਨੇ ਦੇ ਬਹੁਤ ਸਾਰੇ ਫੌਜੀ ਜੋ ਸੰਤ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਸੇਵਕ ਸਨ, ਇਹਨਾਂ ਦੀ ਸੰਗਤ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਦੀ ਵੀ ਆਪ ਜੀ ਦੇ ਮਨ ਵਿੱਚ ਖਿੱਚ ਪੈਦਾ ਹੋਈ। ਆਪ ਜੀ ਨੇ ਪਟਿਆਲੇ ਸ਼ਹਿਰ ਰਹਿੰਦਿਆਂ ਸਕੂਲ ਦੀ ਪੜ੍ਹਾਈ ਸਮੇਂ ਹੋਰ ਵੀ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਸਨ। ਖੇੜੇ ਪਿੰਡ ਦੇ ਜੋ ਪੁਰਾਣੇ ਮੋਤੀ ਬਾਗ ਤੋਂ 4 ਮੀਲ ਦੱਖਣ ਵੱਲ ਹੈ, ਉਦਾਸੀ ਮਹਾਤਮਾ ਹਰਨਾਮ ਦਾਸ ਅਤੇ ਰਾਮਦਾਸ ਦੋਵੇਂ ਗੁਰਭਾਈ ਸਨ। ਤ੍ਰਿਪੜੀ ਦੇ ਸੰਤ ਸੰਤੋਖ ਦਾਸ, ਸੁਦਾਸਰ ਸਰੋਵਰ ਪਰ ਸੰਤ ਸੋਹਣ ਦਾਸ, ਬਾਬਾ ਧਿਆਨਾ ਜੀ ਬੜੇ ਮਸ਼ਹੂਰ। ਸੋ ਆਪ ਜੀ ਨੇ ਸਾਰਿਆਂ ਦਾ ਦਰਸ਼ਨ ਕੀਤਾ, ਬਚਨ ਸੁਣੇ, ਪਰ ਅਜੇ ਤੱਕ ਕਿਸੇ ਤੇ ਵੀ ਮਨ ਨਹੀਂ ਸੀ ਪਤੀਜਿਆ। ਜਿਵੇਂ ਕੋਈ ਦੂਰ ਬੈਠੀ ਆਤਮਾ ਪਿਛਲੇ ਜਨਮਾਂ ਦੇ ਸਾਥੀ ਨੂੰ ਆਵਾਜ਼ਾਂ ਮਾਰ ਕੇ ਸੱਦ ਰਹੀ ਹੈ। ਇਹਨਾਂ ਫੌਜੀਆਂ ਤੋਂ ਬਾਬਾ ਜੀ ਦੀ ਮਹਿਮਾ ਸੁਣੀ, ਪਰਮਾਰਥੀ ਵਿਚਾਰਾਂ ਸੁਣੀਆਂ, ਇਕੱਠਿਆਂ ਨੇ ਕੀਰਤਨ ਕਰਨਾ। ਇਹ ਸਾਰਾ ਕੁਝ ਮਹਾਂਪੁਰਸ਼ਾਂ ਦੇ ਮਨ ਨੂੰ ਬਹੁਤ ਖਿੱਚ ਪਾ ਰਿਹਾ ਸੀ। ਭਾਵੇਂ ਇਸੇ ਤਰ੍ਹਾਂ ਹਰ ਰੋਜ਼ ਜਾਣ ਨਾਲ ਸਾਰੇ ਹੀ ਫੌਜੀ ਵਾਕਫ ਹੋ ਗਏ ਸਨ, ਪਰ ਹਮ ਉਮਰ ਹਮ ਅਵਸਥਾ ਹੋਣ ਕਰਕੇ ਇੱਕ ਹੀਰਾ ਸਿੰਘ ਨਾਮ ਦੇ ਫੌਜੀ ਨਾਲ ਆਪ ਜੀ ਦਾ ਗੂੜਾ ਪ੍ਰੇਮ ਪੈ ਗਿਆ। ਜਿੱਥੇ ਜਾਣਾ ਇਕੱਠਿਆਂ ਜਾਣਾ, ਜੋ ਕੰਮ ਕਰਨਾ ਇੱਕ ਦੂਜੇ ਦੀ ਸਲਾਹ ਨਾਲ ਕਰਨਾ। ਤੁਲਸੀਦਾਸ ਜੀ ਮਿੱਤਰਤਾ ਦੀ ਬਾਬਤ ਲਿਖਦੇ ਹਨ, ਆਸ਼ਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ, ਤੁਲਸੀ ਜਹ ਮੈਂ ਖਟ ਮਿਲੇ ਤਾਹੇ ਮਿੱਤਰਤਾ ਜਾਨ। ਬਾਬਾ ਅਤਰ ਸਿੰਘ ਜੀ ਮਹਾਰਾਜ ਦਾ ਜਸ ਜੋ ਅਤਰ ਦੇ ਸਮਾਨ ਮਹਿਕ ਰਿਹਾ ਸੀ, ਇਹਨਾਂ ਗੁਰੂ ਪਿਆਰੇ ਸਤਸੰਗੀ ਫੌਜੀਆਂ ਤੋਂ ਸੁਣ ਕੇ ਮਨ ਦਰਸ਼ਨਾਂ ਲਈ ਕਾਹਲਾ ਪੈ ਗਿਆ। ਇੱਕ ਇੱਕ ਦਿਨ ਸਾਲ ਦੇ ਸਮਾਨ ਬੀਤਣ ਲੱਗਾ। ਦੋਹਾਂ ਮਿੱਤਰਾਂ ਨੇ ਸਮਾਂ ਨਿਯਤ ਕੀਤਾ। 1923 ਈਸਵੀ ਅਗਸਤ ਦੀਆਂ ਛੁੱਟੀਆਂ ਹੋਈਆਂ ਤਾਂ ਆਪ ਜੀ ਚਾਇਲ ਨਹੀਂ ਗਏ। ਅੱਗੇ ਗਰਮੀ ਦੇ ਮੌਸਮ ਅਤੇ ਛੁੱਟੀਆਂ ਦੇ ਸਮੇਂ ਆਪ ਜੀ ਸਰਦਾਰ ਦਲੀਪ ਸਿੰਘ ਦੇ ਨਾਲ, ਜੋ ਆਪ ਜੀ ਦੀ ਭੂਆ ਦੇ ਪੁੱਤਰ ਸਨ, ਅਤੇ ਮਹਾਰਾਜਾ ਭੁਪਿੰਦਰ ਸਿੰਘ ਜੀ ਪਟਿਆਲਾ ਦੇ ਨੈਬ ਨਾਜ਼ਮ ਸਨ, ਉਹਨਾਂ ਦੇ ਨਾਲ ਚਾਇਲ ਚਲੇ ਜਾਂਦੇ ਸਨ। ਨਾਲ ਦੇ ਸਾਥੀ ਹੀਰਾ ਸਿੰਘ ਨੂੰ ਪ੍ਰੇਰ ਕੇ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਲਈ ਤਿਆਰ ਹੋਏ। ਪਟਿਆਲੇ ਤੋਂ ਗੱਡੀ ਬੈਠ ਕੇ ਲੁਧਿਆਣੇ ਰਾਹੀਂ ਸਾਹਨੇਵਾਲ ਜਾ ਉਤਰੇ। ਫਿਰ ਇੱਥੋਂ ਸਿੱਧੇ ਹੀ ਗੱਡੀ ਦੀ ਲਾਈਨ ਪੈਦਲ ਤੁਰ ਪਏ। ਬਾਹਰ ਬਗੀਚੀ ਵਿੱਚ ਮਹਾਂਪੁਰਸ਼ ਬਿਰਾਜਮਾਨ ਸਨ, ਉਹਨਾਂ ਦੇ ਚਰਨੀ ਜਾ ਕੇ ਮੱਥਾ ਟੇਕਿਆ। ਭੂਤ ਭਵਿੱਖਤ ਦੇ ਗਿਆਤਾ ਸਾਰੀ ਵਾਰਤਾ ਜਾਣ ਲਈ ਆਪਣੀ ਰੂਹਾਨੀ ਅਮਾਨਤ ਸਾਂਭਣ ਵਾਲਾ ਆਣ ਪਹੁੰਚਿਆ ਮਹਾਂਪੁਰਸ਼ਾਂ ਨੇ ਸਮਝ ਲਿਆ। ਉਪਰੰਤ ਹੀਰਾ ਸਿੰਘ ਨੂੰ ਪੁੱਛਿਆ, ਕਿਉਂ ਬਈ ਫੌਜੀਆ, 3 ਦਿਨ ਦੀ ਛੁੱਟੀ ਆਏ ਹੋਵੋਗੇ? ਇਸ ਨੇ ਹੱਥ ਜੋੜ ਕੇ ਅਰਜ਼ ਕੀਤੀ, ਹਾਂ ਮਹਾਰਾਜ ਜੀ। ਫਿਰ ਗੁਲਾਬ ਸਿੰਘ ਨੂੰ ਸਕੂਲੀ ਲਿਬਾਸ ਵਿੱਚ ਦੇਖ ਕੇ ਬਚਨ ਕੀਤਾ, ਬਈ ਤੈਨੂੰ ਤਾਂ ਕਾਕਾ ਗਰਮੀਆਂ ਦੀਆਂ ਖੁੱਲੀਆਂ ਛੁੱਟੀਆਂ ਹੋਣੀਆਂ। ਇਹਨਾਂ ਨੇ ਹੱਥ ਜੋੜ ਕੇ ਸਿਰ ਝੁਕਾਇਆ ਅਤੇ ਧੀਮੀ ਆਵਾਜ਼ ਵਿੱਚ ਉੱਤਰ ਦਿੱਤਾ, ਮਹਾਰਾਜ ਆਪ ਜੀ ਦੀ ਕਿਰਪਾ ਦੁਆਰਾ ਹੀ ਖੁੱਲੀਆਂ ਛੁੱਟੀਆਂ ਹੋ ਸਕਦੀਆਂ ਹਨ। ਸਾਧੂ ਦੀ ਸੰਗਤ ਹੀ ਸਾਰੇ ਦੁੱਖਾਂ ਤੇ ਸੰਸਾਰ ਦੇ ਝਮੇਲਿਆਂ ਤੋਂ ਛੁੱਟੀ ਕਰਵਾ ਸਕਦੀ ਹੈ। ਹਜੂਰ ਨੇ ਪਿਛਲੇ ਸੰਸਕਾਰ ਪਰਬਲ ਜਾਣ ਕੇ ਝੱਟ ਹੀ ਇਸ ਅਮੋਲਕ ਹੀਰੇ ਨੂੰ ਪਰਖ ਲਿਆ। ਜੌਹਰੀ ਦੀ ਅੱਖ
ਹੀਰੇ ਦੀ ਪਰਖ ਕਰਕੇ ਉਸ ਦੀ ਕੀਮਤ ਪਾਉਂਦੀ ਹੈ। ਆਮ ਲੋਕ ਤਾਂ ਉਸ ਨੂੰ ਮਾਮੂਲੀ ਪੱਥਰ ਹੀ ਜਾਣਦੇ ਹਨ। ਕਿਸੇ ਵਿਦਵਾਨ ਦਾ ਕਥਨ ਹੈ ਕਿ ਹੀਰੇ ਜਵਾਹਰਾਤਾਂ ਨੂੰ ਜੌਹਰੀ ਹੀ ਪਰਖਦੇ ਹਨ। ਤਮਾਮ ਦੁੱਖਾਂ ਦੀ ਨਿਵਰਤੀ ਗੁਰੂ ਪੀਰਾਂ ਦੀ ਸ਼ਰਨ ਵਿੱਚ ਜਾ ਕੇ ਹੁੰਦੀ ਹੈ। ਭਾਣੇ ਨੂੰ ਪਰਮੇਸ਼ਰ ਦੇ ਪਿਆਰੇ ਭਗਤ ਜਨ ਹੀ ਮਿੱਠਾ ਕਰਕੇ ਮੰਨਦੇ ਹਨ। ਜਦੋਂ ਮੋਰ ਧੁਜ ਵਰਗੇ ਰਾਜਿਆਂ ਦੀ ਪ੍ਰੀਖਿਆ ਹੋਈ ਤਾਂ ਅੱਖਾਂ ਤੋਂ ਪਾਣੀ ਦੀ ਹੰਝੂ ਨਹੀਂ ਕੇਰੀ ਸੀ। ਜੌਹਰੀ ਪਾਉਂਦੇ ਕੀਮਤਾਂ, ਦੁੱਖ ਮਿਟਾਵੇ ਪੀਰ, ਭਾਣਾ ਭਗਤਾਂ ਮੰਨਿਆ, ਅੱਖੀਓਂ ਨਾ ਸੁੱਟਿਆ ਨੀਰ। ਉਪਰੰਤ ਦੋਹਾਂ ਨੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਨਾਮ ਦੀ ਦਾਤ ਵਾਸਤੇ ਪ੍ਰਾਰਥਨਾ ਕੀਤੀ ਤਾਂ ਹਜ਼ੂਰ ਨੇ ਮੁਸਕਰਾ ਕੇ ਉੱਤਰ ਦਿੱਤਾ, ਜਦੋਂ ਜੌਹਰੀ ਦੀ ਦੁਕਾਨ ਤੇ ਪੁੱਜ ਗਏ, ਇਹ ਵਸਤੂ ਤਾਂ ਤੁਹਾਨੂੰ ਹੁਣ ਮਿਲ ਹੀ ਜਾਣੀ ਹੈ ਜਿਸ ਦੇ ਤੁਸੀਂ ਅਧਿਕਾਰੀ ਹੋ, ਪਰ ਪਹਿਲਾਂ ਗੁਰੂ ਘਰ ਦੀ ਮਰਜ਼ਾਦਾ ਤੁਸੀਂ ਅੰਮ੍ਰਿਤ ਪਾਨ ਕਰੋ। ਇਹਨਾਂ ਅਰਜ਼ ਕੀਤੀ। ਸਤਬਚਨ ਮਹਾਰਾਜ ਸ਼ਾਮ ਨੂੰ ਸੰਤਾਂ ਦੇ ਨਾਲ ਗੁਰਦੁਆਰੇ ਸਾਹਿਬ ਆ ਗਏ। ਗੁਰੂ ਕੇ ਲੰਗਰੋਂ ਪ੍ਰਸ਼ਾਦਾ ਛਕ ਕੇ ਕਥਾ ਕੀਰਤਨ ਸਰਵਣ ਕਰਨ ਉਪਰੰਤ ਆਰਾਮ ਕੀਤਾ। ਦੂਸਰੇ ਦਿਨ ਦੋਹਾਂ ਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਤਿਆਰ ਕਰਨ ਵਾਲੇ ਸੱਜਣਾਂ ਵਿੱਚ ਸੰਤ ਅਤਰ ਸਿੰਘ ਜੀ ਮਹਾਰਾਜ ਆਪ ਵੀ ਸ਼ਾਮਲ ਹੋਏ। ਸੰਤ ਭਗਵਾਨ ਸਿੰਘ ਜੀ ਤੇ ਬਾਬਾ ਨੱਥਾ ਸਿੰਘ ਜੀ ਵੀ ਪੰਜ ਪਿਆਰਿਆਂ ਦੇ ਵਿੱਚ ਲੱਗੇ ਸਨ। ਸੰਤ ਜੀ ਮਹਾਰਾਜ ਨੇ ਆਪਣੇ ਹੱਥੀਂ ਅੰਮ੍ਰਿਤ ਦੀ ਦਾਤ ਬਖਸ਼ੀ, ਨੇਤਰਾਂ 'ਚ ਛਿੱਟੇ ਮਾਰੇ, ਸੀਸ ਵਿੱਚ 5 ਚੁਲੇ ਪਾਏ। ਗੁਰ ਅੰਮ੍ਰਿਤ ਪਿੰਨੀ ਦੇਹੁਰੀ, ਅੰਮ੍ਰਿਤ ਗੁਰ ਕੇ RAM ਰਾਜੇ। ਮੂਲ ਮੰਤਰ, ਗੁਰ ਮੰਤਰ, ਰਹਿਤਾਂ ਕੁਰੈਕਤਾਂ ਸਾਰਾ ਕੁਝ ਦੱਸਿਆ। ਉਪਰੰਤ ਅਰਦਾਸ ਤੋਂ ਬਾਅਦ ਹੁਕਮਨਾਮਾ ਲਿਆ ਜੋ ਕਿ ਇਹ ਮਹਾਵਾਕ ਆਇਆ ਸੀ। ਸੋਰਠ ਮਹੱਲਾ ਪੰਜਵਾ, ਘਰ ਦੂਜਾ ਚੌਪ ਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਜੀਓ ਹਮਾਰਾ, ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ। ਰਹਾਉ ਪਾਵ ਮਲੋਵਾ ਮਲ ਮਲ ਧੋਵਾ, ਇਹ ਮਨ ਤੈ ਕੂ ਦੇਸਾ। ਸੁਣ ਮੀਤਾ ਹਉ ਤੇਰੀ ਸਰਣਾਈ ਆਇਆ, ਪ੍ਰਭ ਮਿਲੋ ਦੇਹ ਉਪਦੇਸਾ। ਮਾਨ ਨ ਕੀਜੈ ਸਰਣ ਪਰੀਜੈ, ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉ ਦਰਸ਼ਨ ਹਰ ਜੀਓ ਪਾਈਐ। ਭਇਓ ਅਨਗ੍ਰਹੋ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਆਇਆ ਇਹ ਮਹਾਵਾਕ ਸਰਵਣ ਕਰਕੇ ਬਾਬਾ ਜੀ ਨੇ ਸ਼ਬਦ ਦੇ ਪਹਿਲੇ ਅੱਖਰ ਈੜੀ ਤੋਂ ਆਪ ਜੀ ਦਾ ਨਾਮ ਗੁਲਾਬ ਸਿੰਘ ਤੋਂ ਬਦਲ ਕੇ ਈਸ਼ਰ ਸਿੰਘ ਰੱਖ ਦਿੱਤਾ। ਸੱਚਮੁੱਚ ਅੰਤਰਜਾਮੀ ਦਾਤੇ ਨੇ ਆਪਣੀ ਪਾਰਸ ਸ਼ੋਅ ਦੇ ਨਾਲ ਇੱਕ ਸਕੂਲ ਦੇ ਸਟੂਡੈਂਟ ਨੂੰ ਈਸ਼ਵਰ ਦਾ ਹੀ ਰੂਪ ਬਣਾ ਦਿੱਤਾ। ਤੀਸਰੇ ਦਿਨ ਸਵੇਰ ਦੇ 3 ਵਜੇ ਆਪ ਜੀ ਨੂੰ ਹਜ਼ੂਰੀ ਵਿੱਚ ਸੱਦਿਆ। ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਸ਼ੁਭ ਦਿਹਾੜਾ ਸੀ। ਇਸ ਮਹੀਨੇ ਦੁਆਰਾ ਹੀ ਪੰਚਮ ਪਾਤਸ਼ਾਹ 12 ਮਾਹਾਂ ਵਿਖੇ ਸਿੱਖ ਨੂੰ ਉਪਦੇਸ਼ ਕਰਦੇ ਹਨ ਕਿ ਗੁਰੂ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਨਰਕਾਂ ਵਿੱਚ ਨਹੀਂ ਪਾਇਆ ਜਾਂਦਾ। ਸੇ ਭਾਦੋਏ ਨਰਕ ਨਾ ਪਾਈਐ ਹੈ, ਗੁਰ ਰੱਖਣ ਵਾਲਾ ਹੇਤ। ਸਵੇਰੇ 3 ਵਜੇ ਅੰਮ੍ਰਿਤ ਵੇਲੇ ਇਕੱਲੇ ਨੂੰ ਪਾਸ ਸੱਦ ਕੇ ਗੁਰੂ ਨਾਨਕ ਦੇ ਖਜ਼ਾਨਿਓਂ ਨਾਮ ਜਪਣ ਦੀ ਜੁਗਤੀ ਪ੍ਰਦਾਨ ਕੀਤੀ। ਪਹਿਲਾਂ ਹੀਰਾ ਸਿੰਘ ਜੀ ਨੂੰ, ਫਿਰ ਬਾਅਦ ਵਿੱਚ ਬਾਬਾ ਈਸ਼ਰ ਸਿੰਘ ਜੀ ਨੂੰ। ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਜਿਸ ਵੇਲੇ
ਇਹ ਨਾਮ ਦੀਆਂ ਦਾਤਾਂ ਪ੍ਰਾਪਤ ਹੋਈਆਂ ਤਾਂ ਪਹਿਲੀ ਨਜ਼ਰ ਹੀ ਸੰਤ ਅਤਰ ਸਿੰਘ ਜੀ ਮਹਾਰਾਜ ਜੀਆਂ ਦੀ, ਬਾਬਾ ਈਸ਼ਰ ਸਿੰਘ ਜੀ ਦੀ ਜ਼ਿੰਦਗੀ ਉਹਨਾਂ ਨੇ ਬਦਲ ਦਿੱਤੀ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਭਰਿਆ ਪਰਾ ਕਰੇਜੇ ਛੇਕ। ਸੰਤਾਂ ਨੇ ਉੱਤਮ ਅਧਿਕਾਰੀ ਜਾਣ ਕੇ ਉਪਦੇਸ਼ ਦਿੱਤਾ ਕਿ ਮਨ ਰੂਪੀ ਲੋਹਾ ਵਾਸ਼ਨਾ ਰੂਪੀ ਰੇਤੀ ਨਾਲ ਰਗੜਿਆ ਸੋ ਮਾਇਆ ਰੂਪ ਰੇਤ ਵਿੱਚ ਰਲ ਗਿਆ ਹੈ। ਇਸ ਨੂੰ ਇਕੱਠਾ ਕਰਨ ਵਾਸਤੇ ਗੁਰੂ ਦਾ ਸ਼ਬਦ ਰੂਪੀ ਚੁੰਬਕ ਜੋ ਹੈ ਉਹ ਸਹਾਈ ਹੈ। ਨਾਮ ਤੋਂ ਬਗੈਰ ਮਨ ਦੀ ਇਕਾਗਰਤਾ ਨਹੀਂ ਹੁੰਦੀ। ਸ਼ੁੱਧੀ ਦੇਣ ਵਾਲਾ ਕੇਵਲ ਪਰਮੇਸ਼ਰ ਦਾ ਨਾਮ ਹੀ ਹੈ। ਉਸ ਸਮੇਂ ਸੰਤ ਈਸ਼ਰ ਸਿੰਘ ਜੀ ਨੇ ਬੇਨਤੀ ਕੀਤੀ ਕਿ ਗਰੀਬ ਨਵਾਜ ਨਾਮ ਦਾ ਕੀ ਸਰੂਪ ਹੈ। ਬਾਬਾ ਜੀ ਕਹਿਣ ਲੱਗੇ, ਨਾਮ ਦਾ ਸਰੂਪ, ਨਾਮ ਦਾ ਕਾਰਨ, ਨਾਮ ਦਾ ਅਭਿਆਸ, ਨਾਮ ਦੀ ਅਵਧੀ, ਨਾਮ ਦਾ ਫਲ, ਇਹ ਪੰਜ ਭਿੰਨ ਭਿੰਨ ਹਨ, ਜੋ ਕਿ ਮਹਾਂਪੁਰਸ਼ਾਂ ਨੇ ਇਸ ਪ੍ਰਕਾਰ ਬਾਬਾ ਈਸ਼ਰ ਸਿੰਘ ਜੀਆਂ ਨੂੰ ਸਮਝਾਉਣਾ ਕੀਤਾ। ਨਾਮ ਦਾ ਸਰੂਪ, ਨਾਮ ਦੋ ਪ੍ਰਕਾਰ ਦਾ ਹੈ, ਵਰਣਾਤਮਕ ਅਤੇ ਧੁਨਾਤਮਕ। ਅੱਖਰਾਂ ਨੂੰ ਪਵਿੱਤਰ ਕਰਨ ਵਾਸਤੇ ਵਰਣਾਤਮਕ ਨਾਮ ਜੋ ਅੱਖਰਾਂ ਨਾਲ ਜਪੀਦਾ ਹੈ। ਅੱਖਰੀ ਨਾਮ, ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਜਿਵੇਂ ਵਾਹਿਗੁਰੂ, ਸਤਨਾਮ, ਰਾਮ ਰਾਮ ਜਾਂ ਹੋਰ ਜੋ ਵੀ ਗੁਰਮੰਤਰ ਹੈ। ਕੰਨਾਂ ਦੀ ਪਵਿੱਤਰਤਾ ਧੁਨਾਤਮਕ ਨਾਮ ਨਾਲ ਹੁੰਦੀ ਹੈ, ਭਾਵ ਕੰਨਾਂ ਦੁਆਰਾ ਨਾਮ ਦੀ ਧੁਨੀ ਨੂੰ ਸੁਣਨਾ। ਜਿਸ ਤਰ੍ਹਾਂ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਸੋ ਇਸ ਤਰ੍ਹਾਂ ਦੋ ਪ੍ਰਕਾਰ ਨਾਲ ਨਾਮ ਦਾ ਜੋ ਅਰਾਧਨ ਹੈ ਹੁੰਦਾ ਹੈ। ਨਾਮ ਦਾ ਕਾਰਨ, ਜਾਪ ਕਿਉਂ ਕਰਨਾ ਹੈ। ਨਾਮ ਦਾ ਕਾਰਨ ਭੈ ਹੈ। ਭੈ ਕਿੰਨੇ ਪ੍ਰਕਾਰ ਦਾ, ਜਮਾਂ ਦਾ, ਨਰਕਾਂ ਦਾ, 84 ਦੇ ਚੱਕਰ ਦਾ, ਮਾਤਾ ਦੇ ਗਰਭ ਵਿੱਚ ਆਉਣ ਦਾ ਭੈ, ਦੁੱਖਾਂ ਦਾ ਭੈ। ਜੇ ਕੋਈ ਵੀ ਭੈ ਆਪਣੇ ਅੰਦਰ ਹੈ ਤਾਂ ਅੰਦਰ ਨਾਮ ਵਸਦਾ ਹੈ। ਭੈ 7 ਪ੍ਰਕਾਰ ਦਾ ਮੰਨਿਆ ਜਾਂਦਾ ਹੈ। ਯਹ ਭੈ, ਭੈ ਪ੍ਰਲੋਕ, ਭੈ ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ, ਅਕਸ਼ ਮਾਤਰ ਭੇ ਸਾਤ। ਯਹ ਭੈ, ਇਸ ਲੋਕ ਵਿੱਚ ਅਨੇਕ ਪ੍ਰਕਾਰ ਦਾ ਭੈ, ਜਿਵੇਂ ਚੂਹੇ ਨੂੰ ਬਿੱਲੀ ਦਾ ਹਰ ਵੇਲੇ ਭੈ ਲੱਗਿਆ ਹੋਇਆ, ਬਿੱਲੀ ਨੂੰ ਕੁੱਤੇ ਦਾ, ਸੱਪ ਸ਼ੇਰ ਦੁਸ਼ਮਣ ਦਾ ਭੈ। ਇਸ ਤਰ੍ਹਾਂ ਸਾਰਾ ਸੰਸਾਰ ਭੈ ਵਿੱਚ ਵਸਦਾ ਹੈ। ਡਰ ਪੈ ਧਰਤ ਆਕਾਸ ਨਖੇਤਰਾ, ਸਿਰ ਉੱਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ ਡਰ ਪੈ ਇੰਦਰ ਵਿਚਾਰਾ। ਏਕਾ ਨਿਰਭਉ ਬਾਤ ਸੁਨੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰ ਮਿਲ ਗਾਏ ਗੁਨੀ ਰਹਾਉ। ਦੇਹ ਧਾਰਿਆ ਦੇਵਾ ਡਰ ਪਹਿ, ਸਿੱਧ ਸਾਧਕ ਡਰ ਮੁਇਆ, ਲੱਖ 84 ਮਰ ਮਰ ਜਨਮੇ, ਫਿਰ ਜੋਨੀ ਜੋਇਆ। ਰਾਜਸ ਤਾਮਸ, ਰਾਜਸ ਸਾਤਕ ਤਾਮਸ ਡਰ ਪਹਿ, ਕੀਤੇ ਰੂਪ ਉਪਾਇਆ। ਛਲ ਬਪਰੀ ਇਹ ਕੌਲਾ ਡਰ ਪੈ, ਅਤ ਡਰ ਪੈ ਧਰਮ ਰਾਇਆ। ਸਗਲ ਸਮਗਰੀ ਡਰ ਹੈ ਵਿਆਪੀ, ਬਿਨ ਡਰ ਕਰਨੈ ਹਾਰਾ। ਕਹੁ ਨਾਨਕ ਭਗਤਨ ਕਾ ਸੰਗੀ, ਭਗਤ ਸੋ ਹੈ ਦਰਬਾਰਾ। ਪਰਲੋਕ ਦੇ ਦੁੱਖਾਂ ਦਾ ਭੈ, ਜਨਮ ਦੇ ਸਮੇਂ ਦੀ ਪੀੜਾ ਦਾ ਭੈ, ਉੱਚ ਜਾਤੀ ਦੇ ਨਰਾਦਰ ਪੁਣੇ ਦਾ ਭੈ, ਅਨ ਰੱਖਿਆ ਮਾਤਾ ਦੇ ਗਰਭ ਦੇ ਭਿਆਨਕ ਕਸ਼ਟ ਦਾ ਭੈ, ਜਿੱਥੇ ਕੋਈ ਵੀ ਰੱਖਿਅਕ ਨਹੀਂ ਹੈ। ਅੰਦਰੋਂ ਕਿਸੇ ਚੀਜ਼ ਦਾ ਡਰ ਲੱਗਣਾ, ਭੈ ਲੱਗਣਾ। ਭੈ ਪਿਆ ਮਨ ਵਸ ਹੋਆ, ਹਉਮੈ ਸ਼ਬਦ ਜਲਾਏ। ਤੋ ਕਿਸੇ ਤਰ੍ਹਾਂ ਦਾ ਵੀ ਅੰਦਰ ਭੈ ਹੈ ਤਾਂ ਨਾਮ ਜਪਣ ਦੀ ਪ੍ਰੇਰਨਾ ਅੰਦਰੋਂ ਮਿਲ ਸਕਦੀ ਹੈ। ਨਾਮ ਦਾ ਅਭਿਆਸ, ਪਹਿਲਾਂ ਰਸਨਾ ਦੁਆਰਾ ਨਾਮ ਨੂੰ ਜਪਣਾ, ਫਿਰ ਸਵਾਸਾਂ ਨਾਲ ਸਿਮਰਨ ਕਰਨਾ, ਆਉਂਦੇ ਜਾਂਦੇ ਸਵਾਸ ਦੁਆਰਾ ਸਿਮਰਨ ਦੀ ਰੌ ਨੂੰ ਜਾਰੀ ਰੱਖਣਾ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਵਾਲੀ ਅਵਸਥਾ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ।
ਸੋ ਇਹ ਫੁਰਨੇ ਦੇ ਨਾਲ ਫਿਰ ਆਪੇ ਹੀ ਹੋਈ ਜਾਂਦਾ ਹੈ, ਇਉਂ ਪ੍ਰਗਟ ਹੋ ਜਾਂਦਾ ਜਿਵੇਂ ਚਸ਼ਮੇ ਦੇ ਵਿੱਚੋਂ ਜਲ ਬਾਹਰ ਆਉਂਦਾ ਹੈ। ਸਰੀਰ ਦੇ ਜਿਤਨੇ ਰੋਮ ਹਨ ਇਤਨੀਆਂ ਜ਼ਬਾਨਾਂ ਬਣ ਜਾਂਦੀਆਂ ਹਨ, ਸਾਰਿਆਂ ਰੋਮਾਂ ਦੇ ਵਿੱਚੋਂ ਨਾਮ ਦੀ ਆਵਾਜ਼ ਆਉਣ ਲੱਗ ਜਾਂਦੀ ਹੈ। ਨਾਮ ਦੀ ਅਹੁਦੀ ਜਿਤਨੇ ਵੀ ਜੰਗਲ ਦੇ ਜਾਨਵਰ, ਪਸ਼ੂ ਤੇ ਪੰਛੀ ਹਨ, ਧਰਤੀ ਤੇ ਆਕਾਸ਼, ਪੰਜੇ ਤੱਤਾਂ ਸਮੇਤ ਇਹ ਸਾਰੇ ਹੀ ਨਾਮ ਜਪਦੇ ਜਾਪਣੇ, ਇਹ ਅਵਸਥਾ ਆ ਜਾਂਦੀ ਹੈ। ਜੋ ਬੋਲਤ ਹੈ ਮਿਰਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਫਰੀਦਾ ਹੋਂ ਬਲਿਹਾਰੀ ਤਿਨ ਪੰਖੀਆਂ, ਜੰਗਲ ਜਿਨ੍ਹਾਂ ਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋਡਨ ਪਾਸ। ਸੋ ਨਾਮ ਦਾ ਫਲ ਕੀ ਹੈ, ਸਿਮਰਨ ਕਿਉਂ ਕਰਨਾ ਹੈ ਤੇ ਨਾਮ ਜਪੇ ਦਾ ਲਾਭ ਕੀ ਹੁੰਦਾ ਹੈ। ਮਹਾਰਾਜ ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਮਹਾਰਾਜ ਕਹਿੰਦੇ ਜਿਹੜੇ ਹਰੀ ਦਾ ਜਪਨ ਕਰਨ ਵਾਲੇ, ਨਾਮ ਜਪਣ ਵਾਲੇ ਹਰੀ ਦਾ ਹੀ ਰੂਪ ਹੋ ਜਾਂਦੇ ਹਨ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੀ। ਗੁਰ ਚੇਲੇ ਕੀ ਸੰਤ ਮਿਲਾਏ, ਜੀਵਨ ਮੁਕਤੀ ਦਾ ਆਨੰਦ ਮਾਣਦਾ। ਇਸ ਤੋਂ ਅੱਗੇ ਸੰਤ ਜੀ ਮਹਾਰਾਜ ਨੇ ਜੋ ਸਵਾਲ ਕੀਤੇ, ਜਿਹੜੀਆਂ ਸ਼ੰਕਾਵਾਂ ਮਹਾਂਪੁਰਸ਼ਾਂ ਦੇ ਅੱਗੇ ਰੱਖੀਆਂ, ਇਹ ਤੋਂ ਅਗਲੀ ਵਿਚਾਰ ਆਪਾਂ ਅਗਲੇ ਹਿੱਸੇ ਦੇ ਵਿੱਚ ਕਰਾਂਗੇ। ਗੁਰੂ ਕਿਰਪਾ ਕਰੇ, ਮਹਾਂਪੁਰਸ਼ ਅਸੀਸਾਂ ਬਖਸ਼ਣ, ਸੰਤ ਜੀ ਮਹਾਰਾਜ ਦੇ ਪਵਿੱਤਰ ਜੀਵਨ ਦੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਕਰ ਸਕੀਏ ਤੇ ਜੀਵਨ ਦਾ ਲਾਹਾ ਪ੍ਰਾਪਤ ਕਰ ਸਕੀਏ। ਸੰਤ ਜੀ ਮਹਾਰਾਜ ਦਾ ਜੀਵਨ ਰੂਹਾਨੀ ਸੰਦੇਸ਼ ਪੋਥੀ, ਜੋ ਕਿ ਸੰਤ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਉਹਨਾਂ ਨੇ ਲਿਖੀ ਹੋਈ ਹੈ, ਤੇ ਉਸ ਦੇ ਵਿੱਚ ਇਹ ਸਾਰੇ ਕੌਤਕ ਮਹਾਂਪੁਰਸ਼ਾਂ ਦੇ ਜੀਵਨ ਦੇ ਦਰਜ ਹਨ। ਰਾੜਾ ਸਾਹਿਬ ਟਰੱਸਟ ਵੱਲੋਂ ਇਹ ਪੋਥੀ ਛਾਪੀ ਹੋਈ ਹੈ। ਉਸ ਦੇ ਅਨੁਸਾਰ ਮਹਾਂਪੁਰਸ਼ਾਂ ਦੇ ਪਾਵਨ ਜੀਵਨ ਦੀ ਆਪ ਜੀ ਦੇ ਨਾਲ ਸਾਂਝ ਪਾ ਰਹੇ ਹਾਂ। ਆਪ ਜੀ ਨੇ ਮਹਾਂਪੁਰਸ਼ਾਂ ਦਾ ਜੀਵਨ ਆਪ ਸੁਣਨਾ ਹੈ ਤੇ ਹੋਰ ਸੰਗਤਾਂ ਨੂੰ ਸੁਣਨ ਵਾਸਤੇ ਪ੍ਰੇਰਨਾ ਕਰਨੀ ਹੈ ਜੀ। ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।